हाँ जी स्टूडेंट्स, ਅੱਜ ਅਸੀਂ ਆਪਣੀ +1 ਕਲਾਸ ਇੰਗਲਿਸ਼ ਇਲੈਕਟਿਵ ਦੇ 6ਵੇਂ ਐਸੇ ਕੰਟਰੋਲਿੰਗ ਦਾ ਮਾਈਂਡ ਜਿਸ ਨੂੰ ਕਿ ਆਰਨੋਲਡ ਬੈਨੇਟ ਨੇ ਲਿਖਿਆ ਹੋਇਆ ਹੈ ਉਸ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਨਾਲ-ਨਾਲ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੇ ਹੋਏ ਸ਼ਾਰਟ ਕੁਐਸਚਨ ਆਨਸਰਸ ਵੀ ਡਿਸਕਸ ਕਰਾਂਗੇ। ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਇਹ ਪਹਿਲਾ ਵੀਡੀਓ ਹੋਏਗਾ। ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ ਕਲਾਸ +1 ਦੇ ਬਹੁਤ ਸਾਰੇ ਚੈਪਟਰਸ ਦੇ ਵੀਡੀਓਜ਼ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਇਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀਆਂ ਹੋਈਆਂ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਇਹਨਾਂ ਸਾਰਿਆਂ ਦੀ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਤਾਂ ਕੰਟਰੋਲਿੰਗ ਦਾ ਮਾਈਂਡ ਜਿਹੜਾ ਕਿ ਸਾਡਾ 6ਵਾਂ ਲੈਸਨ ਹੈ, ਇਹ ਅ ਬੁੱਕ ਆਫ ਐਸੇਜ਼ ਐਂਡ ਸਟੋਰੀਜ਼ ਜੋ ਕਿ ਸਾਡੀ ਬੁੱਕ ਨੰਬਰ 3 ਹੈ +1 ਇੰਗਲਿਸ਼ ਇਲੈਕਟਿਵ ਦੀ। ਤਾਂ ਉਸ ਬੁੱਕ ਦੇ ਮੈਂ ਪਹਿਲੇ 5 ਚੈਪਟਰਸ ਵੀ ਤੁਹਾਡੇ ਨਾਲ ਸਾਰੇ ਡਿਸਕਸ ਕਰ ਚੁੱਕਿਆ ਹਾਂ, ਜਿਨ੍ਹਾਂ ਦੇ ਵਿੱਚ ਦ ਰੀਅਲ ਪ੍ਰਿੰਸੈਸ, ਗੁਲੀਵਰ ਇਨ ਲਿਲੀਪੁਟ, ਟੌਮ ਵਾਈਟ ਵਾਸ਼ਿਸ ਦਾ ਫੈਂਸ, ਅ ਸਟਰੀਟ ਸੀਨ ਅਤੇ ਬਿਲਡ ਯੋਰਸੈਲਫ ਫॉर ਲੀਡਰਸ਼ਿਪ ਇਹ ਵਾਲੇ ਚੈਪਟਰਸ ਸ਼ਾਮਿਲ ਨੇ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਚੈਪਟਰਸ ਦੇ ਵੀਡੀਓ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਤੇ ਕਲਾਸ +1 ਇੰਗਲਿਸ਼ ਇਲੈਕਟਿਵ ਦੀ ਫੁੱਲ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਮੇਰੇ ਦੁਆਰਾ ਬਣਾਏ ਹੋਏ +1 ਕਲਾਸ ਇੰਗਲਿਸ਼ ਇਲੈਕਟਿਵ ਦੇ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਚੈਪਟਰ ਦਾ ਨਾਮ ਹੈ ਜੀ ਸਾਡਾ ਕੰਟਰੋਲਿੰਗ ਦਾ ਮਾਈਂਡ, ਆਰਨੋਲਡ ਬੈਨੇਟ ਦਾ ਲਿਖਿਆ ਹੋਇਆ, ਪਿੱਛੇ ਦੇਖ ਸਕਦੇ ਹੋ ਬਿਲਕੁਲ ਲਾਸਟ ਦੇ ਵਿੱਚ ਇਹਦਾ ਨਾਮ ਹੈ। ਤਾਂ ਕੰਟਰੋਲਿੰਗ ਦਾ ਮਾਈਂਡ ਦਾ ਮਤਲਬ ਕੀ ਹੈ? ਮਾਈਂਡ ਕਿਹਨੂੰ ਕਿਹਾ ਜਾਂਦਾ ਹੈ? ਮਨ ਨੂੰ ਕਿਹਾ ਜਾਂਦਾ ਹੈ। ਕੰਟਰੋਲ ਕਰਨਾ, ਕੰਟਰੋਲਿੰਗ ਦਾ ਮਾਈਂਡ ਸਿੰਪਲ ਹੈ, ਮਤਲਬ ਮਨ ਤੇ ਕਾਬੂ ਪਾਣਾ। ਬਾਣੀ 'ਚ ਲਿਖਿਆ ਹੋਇਆ ਮਨ ਜਿੱਤੇ ਜਗ ਜਿੱਤ ਕੇ, ਜਿਹਨੇ ਮਨ ਨੂੰ ਜਿੱਤਿਆ ਉਹਨੇ ਜਗ ਨੂੰ ਜਿੱਤ ਲਿਆ। ਪਰ ਗੱਲ ਇਹ ਸਿਰਫ ਗੱਲਾਂ ਕਰਨੀਆਂ ਸੌਖੀਆਂ ਨੇ, ਮਨ ਨੂੰ ਜਿੱਤਣਾ ਔਖਾ ਬਹੁਤ ਹੈ। ਪਹਿਲੀ ਲਾਈਨ ਤੋਂ ਹੀ ਤੁਹਾਨੂੰ ਪਤਾ ਲੱਗਦਾ ਚੈਪਟਰ ਦੀ, ਕਹਿੰਦੇ ਪੀਪਲ ਸੇ ਵਨ ਕਾਂਟ ਹੈਲਪ ਵਨਸ ਥਾਟਸ। ਦੇਖੋ ਕੋਟ 'ਚ ਲਿਖਿਆ ਹੋਇਆ ਨਾ, ਡਬਲ ਕੋਟ 'ਚ ਪਾਇਆ ਹੋਇਆ ਪਹਿਲੀ ਲਾਈਨ। ਕਹਿੰਦੇ ਲੋਕ ਕਹਿੰਦੇ ਨੇ ਕਿ ਆਪਣੇ ਮਨ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਵਨ ਕਾਂਟ ਹੈਲਪ ਵਨਸ ਥਾਟਸ, ਇੱਥੇ ਵਨ ਕਿਹਨੂੰ ਕਿਹਾ ਗਿਆ? ਕਿਸੇ ਵੀ ਮਨੁੱਖ ਨੂੰ ਕਿਹਾ ਗਿਆ, ਤੁਹਾਨੂੰ, ਮੈਨੂੰ, ਸਭ ਨੂੰ ਕਿਹਾ ਗਿਆ। ਸਾਡੇ ਵਿਚਾਰਾਂ ਤੇ ਕੰਟਰੋਲ ਕਰਨਾ ਬਹੁਤ ਔਖਾ ਹੈ। ਕਾਂਟ ਹੈਲਪ ਇੱਕ ਫਰੇਜ਼ ਆਉਂਦਾ ਜੀ ਇੰਗਲਿਸ਼ 'ਚ, ਜਿਵੇਂ ਕਾਂਟ ਹੈਲਪ ਤੋਂ ਬਾਅਦ ਜੇ ਮੰਨ ਲਓ ਲਿਖਿਆ ਹੋਵੇ ਕਾਂਟ ਹੈਲਪ ਲਾਫਿੰਗ, ਇਹਦਾ ਕੀ ਮਤਲਬ ਹੁੰਦਾ ਹੈ? ਕਾਂਟ ਹੈਲਪ ਲਾਫਿੰਗ, ਹੱਸਣੋਂ ਰਿਹਾ ਨਾ ਜਾ ਸਕਣਾ। ਕੋਈ ਬੰਦਾ ਹੱਸਣੋਂ ਨਾ ਰਹਿ ਸਕੇ, ਇਹੋ ਜਿਹੀ ਗੱਲ ਹੋ ਜਾਏ ਕਿ ਆਪਾਂ ਹੱਸਣੋਂ ਨਾ ਰਹਿ ਸਕੀਏ ਤਾਂ ਆਪਾਂ ਕਹਿੰਦੇ ਆ ਆਈ ਕਾਂਟ ਹੈਲਪ ਲਾਫਿੰਗ। ਜਾਂ ਲਿਖਿਆ ਹੋਵੇ ਆਈ ਕਾਂਟ ਹੈਲਪ ਡਾਂਸਿੰਗ, ਫਿਰ ਕੀ ਮਤਲਬ ਹੋ ਗਿਆ? ਕਹਿੰਦਾ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਹੈ ਨਾ, ਉਹ ਗੱਲ ਹੋ ਗਈ। ਤੇ ਉੱਥੇ 뮤직 ਵੱਜਦਾ ਹੋਵੇ ਤਾਂ ਆਪਣੇ ਆਪ ਹੀ ਫਿਰ ਨੱਚਣ ਨੂੰ ਦਿਲ ਕਰਦਾ, ਕਹਿੰਦੇ ਆਈ ਕਾਂਟ ਹੈਲਪ ਡਾਂਸਿੰਗ, ਡਾਂਸਿੰਗ ਤੋਂ ਮੈਂ ਰਹਿ ਨਹੀਂ ਸਕਿਆ। ਲੇਕਿਨ ਇੱਥੇ ਕਾਂਟ ਹੈਲਪ ਕੀ ਹੈ? ਵਨਸ ਥਾਟਸ। ਇੱਥੇ ਮਤਲਬ ਹੈ ਕਿ ਵਿਚਾਰਾਂ ਤੇ ਕਾਬੂ ਰੱਖਣਾ ਔਖਾ ਹੈ, ਮਨ ਤੇ ਕਾਬੂ ਰੱਖਣਾ ਔਖਾ, ਇਹਦਾ ਮਤਲਬ ਇਹ ਹੈ। ਪਰ ਅੱਗੇ ਨਾਲ ਹੀ ਲਿਖੀ ਹੈ ਛੋਟੀ ਜੀ ਲਾਈਨ, ਬਟ ਵਨ ਕੈਨ, ਕੈਨ ਤੋਂ ਬਾਅਦ ਫੁੱਲ ਸਟਾਪ ਹੈ। ਦੇਖੋ ਇਹਨਾਂ ਦਾ ਕਿਹਾ ਕਿ ਲੋਕ ਕਹਿੰਦੇ ਨੇ ਵੀ ਵਿਚਾਰਾਂ ਤੇ ਕਾਬੂ ਪਾਉਣਾ ਬਹੁਤ ਔਖਾ ਹੈ, ਪਰ ਅਗਲੀ ਲਾਈਨ ਰਾਈਟਰ ਨੇ ਕੀ ਲਿਖਤੀ ਹੈ ਆਰਨੋਲਡ ਬੈਨੇਟ ਨੇ, ਕਿ ਕਾਬੂ ਪਾਇਆ ਜਾ ਸਕਦਾ ਹੈ। ਵਨ ਕੈਨ, ਪਾਇਆ ਜਾ ਸਕਦਾ। The control of the thinking machine is perfectly possible। ਕਹਿੰਦੇ ਜਿਹੜੀ ਸਾਡੀ ਥਿੰਕਿੰਗ ਮਸ਼ੀਨ ਦਾ ਕੰਟਰੋਲ ਹੈ ਉਹ ਪੂਰੀ ਤਰ੍ਹਾਂ ਪੋਸੀਬਲ ਹੈ, ਸੰਭਵ ਹੈ ਨਾ। ਇੱਥੇ ਥਿੰਕਿੰਗ ਮਸ਼ੀਨ ਕਿਹਨੂੰ ਕਿਹਾ ਗਿਆ? ਮਨ, ਮਾਈਂਡ ਨੂੰ, ਮਾਈਂਡ ਨੂੰ ਥਿੰਕਿੰਗ ਮਸ਼ੀਨ ਮਾਈਂਡ ਨੂੰ ਕਿਹਾ ਗਿਆ। ਐਂਡ ਸਿੰਸ ਨਥਿੰਗ ਹਰਟਸ ਅਸ or gives us pleasure except within the brain, the supreme importance of being able to control what goes on in that mysterious brain is evident। hurt ਦਾ ਮਤਲਬ ਕੀ ਹੁੰਦਾ ਹੈ? ਨੁਕਸਾਨ ਪਹੁੰਚਾਉਣਾ। hurt ਦਾ ਮਤਲਬ ਹੁੰਦਾ ਹੈ ਨੁਕਸਾਨ ਪਹੁੰਚਾਉਣਾ। ਅਸੀਂ ਆਮ ਤੌਰ ਤੇ hurt ਤੇ heart ਨੂੰ ਕਨਫਿਊਜ਼ ਕਰ ਦਿੰਦੇ ਹਾਂ। hurt ਦੇ ਸਪੈਲਿੰਗ ਹੁੰਦੇ HURT ਤੇ heart ਦੇ ਸਪੈਲਿੰਗ ਹੁੰਦੇ HEART। ਪਰ ਮੈਂ ਮੈਕਸਿਮਮ ਕਈ ਬੱਚਿਆਂ ਨੂੰ ਹਾਰਟ ਨੂੰ ਵੀ ਹਰਟ ਬੋਲਦੇ ਸੁਣਦਾ। ਇਟਸ ਆਲਵੇਜ਼ ਹਾਰਟ ਜਦੋਂ ਆਪਾਂ ਦਿਲ ਦੀ ਗੱਲ ਕਰਨੀ ਹੈ। ਹਰਟ ਦਾ ਮਤਲਬ ਹੋ ਗਿਆ ਨੁਕਸਾਨ ਪਹੁੰਚਾਉਣਾ। ਕਹਿੰਦੇ ਇਟ ਐਂਡ ਸਿੰਸ ਨਥਿੰਗ ਹਰਟਸ ਅਸ ਔਰ ਗਿਵਸ ਅਸ ਪਲੇਜ਼ਰ, ਪਲੇਜ਼ਰ ਦਾ ਮਤਲਬ ਹੁੰਦਾ ਖੁਸ਼ੀ। ਹੁਣ ਦੇਖੋ ਕੋਈ ਸਾਨੂੰ ਖੁਸ਼ੀ ਦਿੰਦਾ ਹੈ ਜਾਂ ਕੋਈ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ, ਇਹ ਗੱਲਾਂ ਸਾਡੇ ਕਿੱਥੇ ਆਉਂਦੀਆਂ ਨੇ? ਬ੍ਰੇਨ 'ਚ ਆਉਂਦੀਆਂ ਨੇ, ਵਿਦ ਇਨ ਦਾ ਬ੍ਰੇਨ।
ਦਿਮਾਗ ਤੋਂ ਹੀ ਅਸੀਂ ਸੋਚਦੇ ਹਾਂ ਨਾ ਵੀ ਉਹ ਬੰਦੇ ਨੇ ਮੈਨੂੰ ਕੋਈ ਵਧੀਆ ਗੱਲ ਮੇਰੇ ਨਾਲ ਕੀਤੀ, ਮੈਂ ਖੁਸ਼ ਹੋ ਗਿਆ, ਮੈਨੂੰ ਕੁਝ ਕਹਿਤਾ ਮੈਂ ਦੁਖੀ ਹੋ ਗਿਆ, ਤਾਂ ਇਹ ਅਸੀਂ ਸੋਚਦੇ ਹਾਂ ਆਪਣੇ ਬ੍ਰੇਨ ਤੋਂ। ਦ ਸੁਪਰੀਮ ਇੰਪੋਰਟੈਂਸ ਆਫ ਬੀਇੰਗ ਏਬਲ ਟੂ ਕੰਟਰੋਲ, ਕਹਿੰਦੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਚੀਜ਼ ਦੀ ਹੈ ਕਿ ਆਪਾਂ ਇਹਨੂੰ ਕੰਟਰੋਲ ਕਰਨ ਦੇ ਯੋਗ ਹੋਈਏ, ਏਬਲ ਟੂ ਕੰਟਰੋਲ, ਕਿ ਸਾਡੇ ਦਿਮਾਗ ਤੇ ਚੱਲ ਕੀ ਰਿਹਾ, ਵਟ ਗੋਜ਼ ਔਨ ਇਨ ਦਾ ਮਤਲਬ ਇੱਥੇ ਬ੍ਰੇਨ ਨੂੰ ਕਿਹਾ ਗਿਆ ਵੀ ਸਾਡੇ ਦਿਮਾਗ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ ਅਸੀਂ ਉਸ ਤੇ ਕੰਟਰੋਲ ਕਰੀਏ। ਵਟ ਗੋਜ਼ ਔਨ ਇਨ that mysterious brain, mysterious ਦਾ ਮਤਲਬ ਹੁੰਦਾ ਹੈ ਜੀ ਮਿਸਟਰੀ ਤੋਂ ਬਣਿਆ, ਮਿਸਟਰੀ ਭੇਦ, mysterious ਦਾ ਮਤਲਬ ਹੋ ਗਿਆ ਭੇਦ ਭਰਿਆ, ਭੇਦ ਭਰਿਆ ਜਿਹੜਾ ਸਾਡਾ ਦਿਮਾਗ ਹੈ ਉਸ ਦੇ ਅੰਦਰ ਕੀ ਚੱਲ ਰਿਹਾ, ਅਸੀਂ ਉਸ ਨੂੰ ਕਿਵੇਂ ਕੰਟਰੋਲ ਕਰ ਸਕੀਏ, ਇਹ ਗੱਲ ਦੀ ਜ਼ਿਆਦਾ ਇੰਪੋਰਟੈਂਸ ਹੋਣੀ ਚਾਹੀਦੀ ਹੈ। ਅਤੇ ਇਹ ਸਪਸ਼ਟ ਹੈ, ਐਵੀਡੈਂਟ ਦਾ ਮਤਲਬ ਕੀ ਹੈ, ਸਪਸ਼ਟ ਹੋਣਾ, ਕਿ ਇਹ ਗੱਲ ਸਪਸ਼ਟ ਹੈ ਸਾਡੇ ਦਿਮਾਗ 'ਚ ਕੀ ਚੀਜ਼ ਚੱਲ ਰਹੀ ਹੈ, ਵਟ ਗੋਜ਼ ਔਨ ਇਨ ਦਾ ਮਾਈਂਡ, ਇਨ ਦਾ ਬ੍ਰੇਨ, ਉਸ ਤੇ ਅਸੀਂ ਕੰਟਰੋਲ ਕਰ ਸਕੀਏ, ਇਹ ਚੀਜ਼ ਸਪਸ਼ਟ ਹੈ। ਦਿਸ ਆਈਡੀਆ ਇਜ਼ ਵਨ ਆਫ ਦਾ ਓਲਡੈਸਟ ਪਲੈਟੀਟਿਊਡਸ, ਪਲੈਟੀਟਿਊਡ ਦਾ ਮਤਲਬ ਤੁਸੀਂ ਨੋਟਸ 'ਚ ਦੇਖੋ ਕੀ ਲਿਖਿਆ ਹੋਇਆ ਇਹਨਾਂ ਨੇ। ਥਿੰਕਿੰਗ ਮਸ਼ੀਨ ਇੱਥੇ ਕੀ ਹੈ, ਮਾਈਂਡ। ਸੁਪਰੀਮ ਸ਼ਬਦ ਆਲਰੇਡੀ ਆਇਆ ਜੀ ਇਸ ਪੈਰੇ 'ਚ, ਜਿਹਦਾ ਮਤਲਬ ਕੀ ਸੀ, ਹਾਈਐਸਟ, ਗ੍ਰੇਟੈਸਟ, ਸਭ ਤੋਂ ਉੱਪਰ, ਜਿਹੜੀ ਚੀਜ਼ ਸਭ ਤੋਂ ਉੱਪਰ ਹੁੰਦੀ ਹੈ ਅਸੀਂ ਉਸ ਨੂੰ ਸੁਪਰੀਮ ਕਹਿੰਦੇ ਆ। ਮਿਸਟੀਰੀਅਸ ਆਲਰੇਡੀ ਆ ਚੁੱਕਿਆ, ਮੈਂ ਦੱਸ ਚੁੱਕਿਆ ਹੈ ਕਿ ਜਿਹੜੀ ਚੀਜ਼ ਸਮਝ ਨਾ ਆ ਸਕੇ, ਨੋਟ ਈਜ਼ੀ ਟੂ ਅੰਡਰਸਟੈਂਡ, ਭੇਦ ਭਰੀ, ਜਿਹੜੀ ਭੇਦ ਭਰੀ ਚੀਜ਼ ਹੋਵੇ, ਜਿਹੜੀ ਸਾਨੂੰ ਸਮਝ ਹੀ ਨਾ ਆਵੇ, ਉਹਨੂੰ ਅਸੀਂ ਮਿਸਟੀਰੀਅਸ ਕਹਿੰਦੇ ਆ। ਪਲੈਟੀਟਿਊਡ ਆਪਾਂ ਦੇਖ ਰਹੇ ਸੀ, ਪਲੈਟੀਟਿਊਡ ਸਟੇਟਮੈਂਟ ਔਰ ਆਈਡੀਆ ਦੈਟ ਇਜ਼ ਓਬਵੀਅਸਲੀ ਟਰੂ। ਟਰਾਈਡ ਦਾ ਮਤਲਬ ਹੁੰਦਾ ਹੈ ਜੀ ਜਿਹੜੀ ਚੀਜ਼ ਪੁਰਾਣੀ ਜੀ ਹੋਵੇ, ਬੋਰ ਜੀ ਹੋਵੇ, ਉਹਨੂੰ ਆਪਾਂ ਕਹਿੰਦੇ ਆ। ਜਿਹੜੀ ਚੀਜ਼ ਆਮ ਹੋਵੇ ਅਸੀਂ ਉਸ ਨੂੰ ਪਲੈਟੀਟਿਊਡ ਕਹਿੰਦੇ ਆ, ਆਮ ਚੀਜ਼। ਕਹਿੰਦੇ ਸਭ ਤੋਂ ਪੁਰਾਣਾ ਆਈਡੀਆ ਇਹ ਕਿ ਅਸੀਂ ਆਪਣੇ ਦਿਮਾਗ ਤੇ ਕਾਬੂ ਕਰੀਏ, ਮਨ ਤੇ ਕਾਬੂ ਕਰੀਏ। ਬਟ ਇਟ ਇਜ਼ ਅ ਪਲੈਟੀਟਿਊਡ whose profound truth and urgency most people live and die without realizing। ਹੁਣ ਇਹ ਆਮ ਚੀਜ਼ ਕੀ ਹੈ, ਕਹਿੰਦੇ ਸਭ ਤੋਂ ਜ਼ਿਆਦਾ ਡੂੰਘਾਈ ਵਾਲਾ ਸੱਚ ਹੈ ਇਹ। ਪ੍ਰੋਫਾਊਂਡ ਦਾ ਮਤਲਬ ਹੁੰਦਾ ਜੀ ਡੀਪ, ਡੂੰਘਾ। ਟਰੂਥ ਦਾ ਮਤਲਬ ਸੱਚਾਈ ਹੋਗੀ। ਅਰਜੈਂਸੀ ਦਾ ਮਤਲਬ ਕੋਈ ਅਰਜੈਂਟ ਚੀਜ਼ ਹੋਗੀ ਜਿਹਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਹੁਣ ਇਹ ਜਿਹੜੀ ਗੱਲ ਹੈ, ਕਿਹੜੀ ਗੱਲ, ਕਿਹੜੀ ਚੀਜ਼ ਦੀ ਗੱਲ ਹੋ ਰਹੀ ਹੈ ਕਿ ਅਸੀਂ ਆਪਣੇ ਮਨ ਤੇ ਕਾਬੂ ਪਾਈਏ, ਇਹੀ ਗੱਲ ਹੋ ਰਹੀ ਹੈ ਨਾ। ਹੁਣ ਇਹ ਮਨ ਤੇ ਕਾਬੂ ਪਾਉਣ ਵਾਲੀ ਜਿਹੜੀ ਗੱਲ ਹੈ ਇਹ ਆਮ ਹੈ, ਓਲਡੈਸਟ ਹੈ, ਪੁਰਾਣੀ ਹੈ, ਪਰ ਲੋਕੀ ਇਸ ਨੂੰ ਰਿਅਲਾਈਜ਼ ਨਹੀਂ ਕਰਦੇ। ਦੇਖੋ ਲਿਖਿਆ ਨਾ, ਮੋਸਟ ਪੀਪਲ ਲਿਵ ਐਂਡ ਡਾਈ ਵਿਦਾਊਟ ਰਿਅਲਾਈਜ਼ਿੰਗ। ਰਿਅਲਾਈਜ਼ ਦਾ ਮਤਲਬ ਹੁੰਦਾ ਹੈ ਸੋਚਣਾ, ਧਿਆਨ ਚ ਲਿਆਉਣਾ। ਇਸ ਚੀਜ਼ ਵੱਲ ਲੋਕੀ ਧਿਆਨ ਨਹੀਂ ਦਿੰਦੇ, ਜਿਉਂਦੇ ਨੇ, ਮਰ ਜਾਂਦੇ ਨੇ, ਲੇਕਿਨ ਇਹ ਗੱਲ ਕਦੇ ਨਹੀਂ ਆਪਣੇ ਸੋਚਦੇ, ਇਹ ਵਾਲੀ ਗੱਲ ਕਦੇ ਨਹੀਂ ਸੋਚਦੇ ਕਿ ਸਾਨੂੰ ਆਪਣੇ ਮਨ ਤੇ ਕਾਬੂ ਪਾਉਣਾ ਚਾਹੀਦਾ। People complain of the lack of power to concentrate, not knowing that they may acquire the power if they choose। ਲੋਕ ਆਮ ਤੌਰ ਤੇ ਸ਼ਿਕਾਇਤ ਕਰਦੇ ਨੇ। ਕੰਪਲੇਨ ਦਾ ਮਤਲਬ ਕੀ ਹੁੰਦਾ ਜੀ, ਸ਼ਿਕਾਇਤ ਕਰਨਾ। ਕਹਿੰਦੇ ਸਾਡੇ ਅੰਦਰ ਨਾ ਮਨ ਤੇ ਕਾਬੂ ਪਾਉਣ ਦੀ ਸ਼ਕਤੀ ਦੀ ਕਮੀ ਹੈ। ਲੈਕ ਆਫ ਪਾਵਰ ਦਾ ਮਤਲਬ ਹੁੰਦਾ ਹੈ ਜੀ ਸ਼ਕਤੀ ਦੀ ਕਮੀ ਹੋਣਾ, ਲੈਕ ਆਫ ਇਕੱਠਾ ਹੀ ਆਉਂਦਾ, ਕਮੀ ਹੋਣਾ। ਲੈਕ ਆਫ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਦੀ ਕਮੀ ਹੋਣਾ। ਇੱਥੇ ਕਿਸ ਦੀ ਚੀਜ਼ ਕਮੀ ਹੋ ਰਹੀ ਹੈ, ਪਾਵਰ ਦੀ। ਕਿਹੜੀ ਪਾਵਰ ਦੀ, ਟੂ ਕਨਸੈਂਟਰੇਟ। ਕਨਸੈਂਟਰੇਟ ਦਾ ਮਤਲਬ ਕੀ ਹੈ, ਧਿਆਨ ਲਗਾਉਣਾ। ਆਪਾਂ ਕਹਿੰਦੇ ਨਾ ਕਨਸੈਂਟਰੇਟ ਕਰੋ, ਕਿਸ ਚੀਜ਼ ਤੇ ਧਿਆਨ ਲਗਾਉਣਾ ਜੀ, ਆਪਣੇ ਮਨ ਨੂੰ ਕਾਬੂ ਕਰਨਾ। ਵੀ ਆਪਾਂ ਆਪਣੇ ਮਨ ਤੇ ਕਾਬੂ ਪਾਈਏ, ਇਸ ਦੇ ਉੱਤੇ ਅਸੀਂ ਧਿਆਨ ਲਗਾਈਏ। ਇਸ ਚੀਜ਼ ਦੀ ਕਮੀ ਦੀ ਸ਼ਿਕਾਇਤ ਕੌਣ ਕਰਦੇ ਨੇ, ਲੋਕ। ਜਦੋਂ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਤੁਹਾਡਾ ਮਨ ਤੇ ਕਾਬੂ ਨਹੀਂ ਜੀ, ਉਹ ਕਹਿੰਦੇ ਬਈ ਬਹੁਤ ਔਖਾ ਹੈ ਮਨ ਤੇ ਕਾਬੂ ਪਾਉਣਾ, ਸਾਡੇ 'ਚ ਇੰਨੀ ਪਾਵਰ ਨਹੀਂ ਹੈ ਕਿ ਅਸੀਂ, ਇੰਨੀ ਸ਼ਕਤੀ ਨਹੀਂ ਸਾਡੇ ਸਰੀਰ 'ਚ ਕਿ ਅਸੀਂ ਆਪਣੇ ਮਨ ਤੇ ਕਾਬੂ ਪਾਈਏ। ਇਹ ਕੰਪਲੇਨ ਕਰਦੇ। ਹਾਲਾਂਕਿ ਉਹ ਇਹ ਨਹੀਂ ਜਾਣਦੇ, ਨੋਟ ਨੋਇੰਗ, ਉਹ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਇਹ ਪਾਵਰ ਪ੍ਰਾਪਤ ਕਰ ਸਕਦੇ ਨੇ, ਇਹ ਸ਼ਕਤੀ ਐਕਵਾਇਰ ਕਰ ਸਕਦੇ ਨੇ। ਐਕਵਾਇਰ ਦਾ ਮਤਲਬ ਹੁੰਦਾ ਜੀ ਪ੍ਰਾਪਤ ਕਰਨਾ। ਇਹ ਸ਼ਕਤੀ ਉਹ ਪ੍ਰਾਪਤ ਕਰ ਸਕਦੇ ਨੇ ਇਫ ਦੇ ਚੂਜ਼, ਜੇਕਰ ਉਹ ਚਾਹੁਣ ਜਾਂ ਇਹ ਚੀਜ਼ ਦੀ ਚੂਜ਼ ਕਰਨ, ਚੁਆਇਸ ਕਰਨ ਕਿ ਹਾਂਜੀ ਅਸੀਂ ਆਪਣੇ ਮਨ ਤੇ ਕਾਬੂ ਪਾਉਣਾ ਹੈ, ਇਹ ਚੀਜ਼ ਉਹ ਆਪਣੇ ਅੰਦਰ ਲਿਆ ਸਕਦੇ। ਇਹ ਬੇਟਾ ਜਿਹੜਾ ਐਸੇ ਹੈ ਨਾ, ਬਹੁਤ ਹੀ ਸਿੰਪਲ ਐਸੇ ਹੈ। ਇਹਦੇ 'ਚ ਗੱਲਾਂ ਸਿਰਫ ਇਹ ਕੀਤੀਆਂ ਨੇ, ਤੁਹਾਡੇ ਨਾਲ ਬੜਾ ਰਿਲੇਟਡ ਹੈ। ਤੁਸੀਂ ਕਹਿ ਦਿੰਦੇ ਹੋ ਕਿ ਜੀ ਅਸੀਂ ਪੜ੍ਹਨ ਬੈਠਦੇ ਹਾਂ, ਸਾਡਾ ਧਿਆਨ ਪੜ੍ਹਨ 'ਚ ਲੱਗਦਾ ਨਹੀਂ, ਭਟਕ ਜਾਂਦਾ ਧਿਆਨ, ਕਦੇ ਇੱਧਰ ਕਦੇ ਉੱਧਰ, ਗੱਲਾਂ 'ਚ ਉੱਧਰ ਕੋਈ ਗੱਲਬਾਤ ਹੋ ਰਹੀ ਹੈ, ਉੱਧਰ ਧਿਆਨ ਲੱਗ ਗਿਆ। ਹੁਣ ਤੁਸੀਂ ਕਈ ਵਾਰੀ ਬੈਠੇ ਮੇਰੀ ਕਲਾਸ 'ਚ ਹੁੰਦੇ ਹੋ, ਧਿਆਨ ਤੁਹਾਡਾ ਬਾਹਰ ਹੁੰਦਾ ਵੀ ਖੇਡਾਂ ਹੋ ਰਹੀਆਂ, ਅਸੀਂ ਵੀ ਭੱਜੀਏ ਜਾਈਏ ਜੀ, ਅਸੀਂ ਵੀ ਖੇਡੀਏ।
ये की है लैक ऑफ कॉन्सेंट्रेशन है, लैक ऑफ कॉन्सेंट्रेशन। ये सारी गल्लां उही हो रही हैं। प्रफाउंड शब्द आ चुके हैं जी इस पैरे च, ਇਹਦਾ मतलब है डीप डूंगा, दस्या ना मैं। कॉन्सेंट्रेट का मतलब वही गल ध्यान लगाना, bring all one's thoughts to bear on one point or center, किसी एक गल ते ध्यान लगाने ਨੂੰ ਆਪਾਂ ਕੀ ਕਹਿੰਦੇ ਆ ਕਨਸੈਂਟਰੇਟ। ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਜਦੋਂ ਮੈਂ ਤੁਹਾਨੂੰ ਪੜਾਉਣਾ ਹੈ ਤਾਂ ਤੁਹਾਡਾ ਜਿਹੜਾ ਧਿਆਨ ਹੈ ਉਹ ਬੁੱਕ ਤੇ ਉੱਪਰ ਹੋਣਾ ਚਾਹੀਦਾ, ਮੇਰੇ ਵੱਲ ਹੋਣਾ ਚਾਹੀਦਾ, ਹੋਰ ਕਿਸੇ ਵੱਲ ਨਹੀਂ ਹੋਣਾ ਚਾਹੀਦਾ। ਮੈਂ ਉਹੀ ਗੱਲ ਕਹਿਣਾ ਕਿ ਕਨਸੈਂਟਰੇਟ ਕਰੋ, ਉਹੀ ਚੀਜ਼ ਹੈ ਇਹ। ਐਕਵਾਇਰ ਦਾ ਮਤਲਬ ਮੈਂ ਹੁਣੀ ਦੱਸਿਆ ਸੀ ਪ੍ਰਾਪਤ ਕਰਨਾ, ਕਿ ਇਹ ਸ਼ਕਤੀ ਜਿਹੜੀ ਹੈ ਨਾ ਆਪਣਾ ਕਨਸੈਂਟਰੇਟ ਕਰਨ ਦੀ ਅਸੀਂ ਐਕਵਾਇਰ ਕਰ ਸਕਦੇ ਹਾਂ, ਗੇਨ ਬਾय ਸਕਿੱਲ ਔਰ ਐਬਿਲਿਟੀ। ਜਦੋਂ ਵੀ ਅਸੀਂ ਕਿਸੇ ਹੁਨਰ ਦੇ ਨਾਲ ਜਾਂ ਯੋਗਤਾ ਦੇ ਨਾਲ ਕੋਈ ਚੀਜ਼ ਪ੍ਰਾਪਤ ਕਰਦੇ ਹਾਂ ਤਾਂ ਉਹਨੂੰ ਐਕਵਾਇਰ ਕਰਨਾ ਕਹਿੰਦੇ ਆ। ਨੋਟਸ ਐਂਡ ਐਕਸਰਸਾਈਜ਼ਸ ਦੇ ਵਿੱਚ ਪਹਿਲਾ ਕੁਐਸਚਨ ਹੈ ਕੈਨ ਵਨ ਹੈਲਪ ਵਨਸ ਥਾਟ। ਮੈਂ ਤੁਹਾਨੂੰ ਇਹ ਗੱਲ ਕਈ ਵਾਰੀ ਕਹੀ ਹੈ, ਜਦੋਂ ਤੁਹਾਡਾ ਕੁਐਸਚਨ ਕਿਸੇ ਹੈਲਪਿੰਗ ਵਰਬ ਦੇ ਨਾਲ ਸ਼ੁਰੂ ਹੁੰਦਾ ਹੈ ਤਾਂ ਉਹਦਾ ਮਤਲਬ ਕੀ ਹੁੰਦਾ ਹੈ, ਕੱਕੇ ਨੂੰ ਬਿਹਾਰੀ ਕੀ, ਉਹਦਾ ਆਨਸਰ ਹੁੰਦਾ ਹਮੇਸ਼ਾ ਯੈਸ ਜਾਂ ਨੋ ਚ। ਤੁਸੀਂ ਧਿਆਨ ਨਾਲ ਦੇਖੋ ਇਹ ਕੁਐਸਚਨ ਕਿਹਦੇ ਨਾਲ ਸਟਾਰਟ ਹੋ ਰਿਹਾ, ਕੈਨ ਦੇ ਨਾਲ। कैन की है, इट्स अ हेल्पिंग वर्ब। इत्थे जिहड़ी मेन वर्ब है वो हेल्प है, हेल्प साडी मेन वर्ब है, कैन साडी हेल्पिंग वर्ब है। वन इत्थे एज अ सब्जैक्ट आ रहा है, पिछे क्वेश्चन मार्क लगे है। क्वेश्चन यह है कि की कोई अपने मन के विचारों पर काबू कर सकता है? यस, इहदा आंसर दूसरी लाइन च है। लोकी दा कहंदे किता नहीं जा सकता। चैप्टर देखो जी, पहली लाइन देखो, लोकी की कहंदे है किता नहीं जा सकता, राइटर की कहंदा है बट वन कैन, किता जा सकता है। तो ਉਹਦਾ ਆਨਸਰ ਦਿੰਦਾ ਹੈ ਉਹ ਇਸੇ ਪੈਰੇ ਚ ਕਿਵੇਂ ਕਨਸੈਂਟਰੇਟ ਅਸੀਂ ਐਕਵਾਇਰ ਕਰ ਸਕਦੇ ਹਾਂ, ਅਸੀਂ ਇਹ ਪਾਵਰ ਆਪਣੇ ਅੰਦਰ ਲਿਆ ਸਕਦੇ ਹਾਂ ਕਿ ਅਸੀਂ ਕਨਸੈਂਟਰੇਟ ਕਰ ਸਕੀਏ, ਅਸੀਂ ਪੜ੍ਹਾਈ ਵੱਲ ਕਨਸੈਂਟਰੇਟ ਕਰ ਸਕੀਏ। ਐਂਡ ਵਿਦਆਊਟ ਦਾ ਪਾਵਰ ਟੂ ਕਨਸੈਂਟਰੇਟ, that is to say without the power to dictate to the brain its task and to ensure obedience, true life is impossible। ਲਾਈਨ ਥੋੜੀ ਵੱਡੀ ਹੈ, ਕਹਿੰਦੇ ਜੇਕਰ ਸਾਡੇ ਅੰਦਰ ਕਨਸੈਂਟਰੇਟ ਕਰਨ ਦੀ ਪਾਰ ਨਾ ਹੋਵੇ, ਵਿਦਆਊਟ ਦਾ ਪਾਵਰ ਆਫ ਕਨਸੈਂਟਰੇਟ, ਧਿਆਨ ਲਾਉਣ ਦੀ ਸ਼ਕਤੀ ਦੀ ਕਮੀ ਹੋਵੇ ਤਾਂ ਇਹ ਕਹਿਣਾ ਪਊਗਾ, that is to say ਇਹ ਕਹਿਣਾ ਪਊਗਾ ਸਾਡੇ ਅੰਦਰ ਸ਼ਕਤੀ ਨਹੀਂ ਹੈ ਕਿ ਅਸੀਂ ਆਪਣੇ ਬ੍ਰੇਨ ਤੋਂ ਕੰਮ ਲੈ ਸਕੀਏ। ਡਿਕਟੇਟ ਦਾ ਮਤਲਬ ਹੁੰਦਾ ਹੈ ਹੁਕਮ ਦੇ ਕੇ ਕੰਮ ਕਰਾਉਂਦੇ ਆ, ਡਿਕਟੇਟ ਕਰਨਾ। ਕਹਿੰਦੇ ਨਹੀਂ ਬਚਪਨ 'ਚ ਤੁਸੀਂ ਡਿਕਟੇਸ਼ਨ ਲਿਖੋ ਜੀ, ਡਿਕਟੇਸ਼ਨ ਮੈਡਮ ਲਿਖਾ ਦਿੰਦੀ ਸੀ। ਡਿਕਟੇਟ ਦਾ ਮਤਲਬ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਹੁਕਮ ਦੇਈਏ ਉਵੇਂ ਹੀ ਬੰਦਾ ਕਰੇ। ਤਾਂ ਜੇਕਰ ਸਾਡੇ ਅੰਦਰ ਕਨਸੈਂਟਰੇਟ ਕਰਨ ਦੀ ਪਾਰ ਨਹੀਂ ਹੈ ਤਾਂ ਅਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈ ਸਕਦੇ ਪ੍ਰੋਪਰਲੀ, ਆਪਣੇ ਦਿਮਾਗ ਨੂੰ ਡਿਕਟੇਟ ਨਹੀਂ ਕਰ ਸਕਦੇ, ਅਸੀਂ ਓਬੀਡੀਐਂਸ ਇਨਸ਼ੋਰ ਨਹੀਂ ਕਰ ਸਕਦੇ। ਓਬੀਡੀਐਂਸ ਯਾਦ ਕਰੋ, ਯੂਜ਼ ਓਬੀਡੀਐਂਟਲੀ, ਤੁਹਾਡਾ ਆਗਿਆਕਾਰੀ। ਓਬੀਡੀਐਂਟਲੀ ਦਾ ਮਤਲਬ ਕੀ ਹੁੰਦਾ, ਆਗਿਆਕਾਰੀ। ਓਬੀਡੀਐਂਟਲੀ, ਓਬੀਡੀਐਂਟ, ਓਬੀਡੀਐਂਸ, ਇਹ ਤਿੰਨੇ ਸ਼ਬਦ ਇੱਕੋ ਹੀ ਵਰਡ ਤੋਂ ਬਣੇ ਤੇ ਉਹ ਸ਼ਬਦ ਹੈ ਜੀ ਓਬੇ, OBEY। ਓਬੇ ਦਾ ਮਤਲਬ ਕੀ ਹੁੰਦਾ, ਕਹਿਣਾ ਮੰਨਣਾ। ਆਪਾਂ ਕਹਿੰਦੇ ਯੂ ਸ਼ੁਡ ਓਬੇ ਯੂਅਰ ਪੇਰੈਂਟਸ, ਯੂ ਸ਼ੁਡ ਓਬੇ ਯੂਅਰ ਟੀਚਰਸ। ਜਿਹਨੂੰ ਬੱਚੇ ਨੂੰ ਓਬੇ ਦਾ ਸ਼ਬਦ ਪਤਾ ਹੈ ਮਤਲਬ ਉਹਨੂੰ ਓਬੀਡੀਐਂਟ ਦਾ ਮਤਲਬ ਹੀ ਪਤਾ ਹੈ, ਉਹਨੂੰ ਓਬੀਡੀਐਂਟਲੀ ਦਾ ਮਤਲਬ ਹੀ ਪਤਾ ਹੈ, ਉਹਨੂੰ ਓਬੀਡੀਐਂਸ ਸ਼ਬਦ ਦਾ ਮਤਲਬ ਹੀ ਪਤਾ ਹੈ। ਚਾਰਾਂ ਦਾ ਮਤਲਬ ਕੀ ਹੈ, ਆਗਿਆ, ਆਗਿਆ ਮੰਨਣ ਵਾਲਾ, ਆਗਿਆ ਮੰਨਣ ਵਾਲੀ, ਜੋ ਮਰਜ਼ੀ। ਇੱਕ ਸ਼ਬਦ ਤੁਹਾਨੂੰ ਸਮਝ ਆ ਗਿਆ, ਸਾਰੇ ਆ। ਅਸੀਂ ਇਹ ਗੱਲ ਜਿਹੜੀ ਓਬੀਡੀਐਂਸ ਹੈ ਇਹਨੂੰ ਅਸੀਂ ਇਨਸ਼ੋਰ ਨਹੀਂ ਕਰ ਸਕਦੇ। ਇਨਸ਼ੋਰ ਦਾ ਮਤਲਬ ਹੁੰਦਾ ਹੈ ਕਿ ਅਸੀਂ ਪੱਕੇ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਪਣੀ ਜ਼ਿੰਦਗੀ, ਟਰੂ ਲਾਈਫ ਇਜ਼ ਇੰਪੋਸੀਬਲ, ਅਸੀਂ ਸੱਚੀ ਜ਼ਿੰਦਗੀ ਜੀ ਪਾਵਾਂਗੇ। ਇਸ ਪੂਰੀ ਲਾਈਨ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਆਪਣੇ ਦਿਮਾਗ ਨੂੰ ਕਾਬੂ 'ਚ ਨਹੀਂ ਰੱਖ ਸਕਦੇ, ਆਪਣੇ ਮਨ ਨੂੰ ਕਾਬੂ 'ਚ ਨਹੀਂ ਰੱਖ ਸਕਦੇ ਤਾਂ ਜ਼ਿੰਦਗੀ 'ਚ ਅਸੀਂ ਕਦੇ ਨਾ ਸੋਚੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਾਰਥਕ ਕਰ ਲਾਂਗੇ, ਸੱਚੀ ਜ਼ਿੰਦਗੀ ਜੀ ਲਾਂਗੇ। ਇਹ ਮਤਲਬ ਇਹ ਹੈ ਇਸ ਲਾਈਨ। ਪੜ੍ਹਨ ਲੱਗੇ ਧਿਆਨ ਪੜ੍ਹਨ 'ਚ ਨਹੀਂ ਲੱਗ ਰਿਹਾ, ਬਾਹਰ ਨੂੰ ਜਾ ਰਿਹਾ ਮਨ। ਕੋਈ ਕੰਮ ਕਰਨ ਲੱਗੇ, ਕੱਲ ਜੌਬ ਤੇ ਵੀ ਲੱਗ ਗਏ, ਜੌਬ ਤੇ ਕੋਈ ਧਿਆਨ ਨਹੀਂ ਤੁਹਾਡਾ। ਜਿਹਦਾ ਬੰਦੇ ਦਾ ਮਨ ਕੰਟਰੋਲ 'ਚ ਹੀ ਨਹੀਂ ਹੈ ਉਹ ਕੀ ਕਰੂਗਾ ਲਾਈਫ 'ਚ? ਤਾਂ ਟਰੂ ਲਾਈਫ ਕਿਵੇਂ ਹੋਊਗੀ, ਉਸਦੀ ਸੱਚੀ ਜ਼ਿੰਦਗੀ ਕਿਵੇਂ ਹੋਊ? ਮਨ ਹੀ ਸ਼ਾਂਤ ਨਹੀਂ ਹੈ, ਬੰਦੇ ਦਾ ਮਨ ਸ਼ਾਂਤ ਹੈ, ਭਟਕਿਆ ਫਿਰਦਾ ਹੈ। ਗੁਰਬਾਣੀ ਵੀ ਇਹੀ ਕਹਿੰਦੀ ਹੈ, ਸਾਰੇ ਕੁਝ, ਸਾਰੀਆਂ ਗੱਲਾਂ ਇਹੀ ਕਹਿੰਦੀ। ਅਗਲੀ ਲਾਈਨ ਬੜੀ ਇੰਪੋਰਟੈਂਟ ਹੈ, ਕਹਿੰਦੇ ਮਾਈਂਡ ਕੰਟਰੋਲ ਇਜ਼ ਦਾ ਫਸਟ ਐਲੀਮੈਂਟ ਆਫ ਫੁੱਲ ਐਗਜ਼ਿਸਟੈਂਸ। ਬਹੁਤ ਇੰਪੋਰਟੈਂਟ ਲਾਈਨ ਹੈ। ਇਹਨੂੰ ਤੁਸੀਂ ਲਾਈਨ ਨੂੰ ਦਾ ਥਾਟ ਆਫ ਦਾ ਡੇ 'ਚ ਵੀ ਬੋਲ ਸਕਦੇ ਹੋ ਸਵੇਰੇ ਉੱਠ ਕੇ ਪ੍ਰੇਅਰ 'ਚ। ਕਹਿੰਦੇ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਜੀਣਾ ਚਾਹੁੰਦੇ ਹਾਂ, ਫੁੱਲ ਐਗਜ਼ਿਸਟੈਂਸ, ਐਗਜ਼ਿਸਟੈਂਸ ਸ਼ਬਦ ਦਾ ਮਤਲਬ ਕੀ ਹੈ, ਹੋਂਦ।
ਪੰਜਾਬੀ 'ਚ ਉਹਨੂੰ ਕਹਿੰਦੇ ਆ ਹੋਂਦ। ਐਗਜ਼ਿਸਟ ਸ਼ਬਦ ਤੋਂ ਬਣਦਾ ਹੈ ਐਗਜ਼ਿਸਟੈਂਸ। ਐਗਜ਼ਿਸਟ ਦਾ ਮਤਲਬ ਹੋਣਾ, ਕਿ ਕੋਈ ਚੀਜ਼ ਐਗਜ਼ਿਸਟ ਕਰਦੀ ਹੈ। ਐਗਜ਼ਿਸਟੈਂਸ ਸ਼ਬਦ ਉਹਦਾ ਨਾਊਨ ਹੈ। ਜੇ ਸਾਡੀ ਜ਼ਿੰਦਗੀ ਦੀ ਅਸਲੀ ਹੋਂਦ ਦੇਖੀਏ ਨਾ, ਉਹਦਾ ਪਹਿਲਾ ਐਲੀਮੈਂਟ ਕੀ ਹੈ, ਸਭ ਤੋਂ ਜ਼ਰੂਰੀ ਐਲੀਮੈਂਟ ਕੀ ਹੈ, ਤੱਤ ਕੀ ਹੈ? ਪਹਿਲਾ ਮਾਈਂਡ ਕੰਟਰੋਲ। ਜਿਹਨੇ ਬੰਦੇ ਨੇ ਆਪਣੇ ਮਾਈਂਡ ਨੂੰ ਕੰਟਰੋਲ ਕਰ ਲਿਆ, ਉਹਨੇ ਜ਼ਿੰਦਗੀ ਕੰਟਰੋਲ ਕਰ ਲਈ। ਮਨ ਜਿੱਤੇ ਜਗ ਜਿੱਤ, ਮੈਂ ਬਾਰ-ਬਾਰ ਕਹਿ ਰਹੇ ਹਾਂ। ਦੇਖੋ, ਜਾਂ ਤਾਂ ਤੁਸੀਂ ਗੁਲਾਮ ਹੋ ਜਾਓ ਆਪਣੇ ਮਨ ਦੇ, ਜਾਂ ਮਨ ਨੂੰ ਗੁਲਾਮ ਕਰ ਲਓ ਆਪਣਾ, ਇੱਕੋ ਗੱਲ ਹੋਊ। ਜੇ ਤਾਂ ਤੁਸੀਂ ਆਪਣੇ ਮਾਈਂਡ ਨੂੰ ਆਪਣਾ ਗੁਲਾਮ ਬਣਾ ਲਿਆ ਤਾਂ ਜ਼ਿੰਦਗੀ 'ਚ ਕਾਮਯਾਬ। ਜੇਕਰ ਅਸੀਂ ਆਪਣੀ ਲਾਈਫ ਨੂੰ ਸੱਚੇ ਅਰਥਾਂ 'ਚ ਜੀਣਾ ਤਾਂ ਮਾਈਂਡ ਤੇ ਕੰਟਰੋਲ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਨੈਕਸਟ ਪੈਰਾ, hence it seems to me the first business of the day should be to put the mind through its places। ਇਹ places ਨਹੀਂ ਹੋਣਾ ਚਾਹੀਦਾ, ਇੱਥੇ places ਹੋਣਾ ਚਾਹੀਦਾ ਹੈ ਮੇਰੇ ਹਿਸਾਬ ਨਾਲ। something through its spaces ਹੁੰਦਾ ਹੈ, it's an idiom। ਇਹ places ਨਹੀਂ ਹੋਏਗਾ ਜੀ, places ਹੋਏਗਾ। L ਗਲਤੀ ਨਾਲ ਪ੍ਰਿੰਟ ਹੋ ਗਿਆ, places ਹੁੰਦਾ ਹੈ। ਆਪਾਂ ਇਹਦੀ ਗਲੋਸਰੀ ਦੇਖਦੇ ਹਾਂ। ਗਲੋਸਰੀ ਦੇਖੋ, ਟੂ ਪੁੱਟ ਦਾ ਮਾਈਂਡ ਥਰੂ ਇਟਸ ਸਪੇਸਿਸ, ਸਪੇਸਿਸ ਹੈ ਦੇਖੋ, ਉਹ ਐਲ ਗਲਤ ਪ੍ਰਿੰਟ ਹੋ ਗਿਆ। ਜਦੋਂ ਆਪਾਂ ਆਪਣੀ ਕਿਸੇ ਐਬਿਲਿਟੀ ਨੂੰ ਟੈਸਟ ਕਰਦੇ ਹਾਂ ਨਾ, ਆਪਣੀ ਐਬਿਲਿਟੀ ਨੂੰ ਟੈਸਟ ਕਰਨ ਨੂੰ ਕਹਿੰਦੇ ਨੇ ਟੂ ਪੁੱਟ ਸਮਥਿੰਗ ਥਰੂ ਇਟਸ ਸਪੇਸਿਸ। ਇਹਦਾ ਮਤਲਬ ਇਹ ਹੁੰਦਾ ਆਪਣੀ ਯੋਗਤਾ ਦਾ ਪ੍ਰੀਖਣ ਕਰਨਾ, ਇਹਦਾ ਮਤਲਬ ਇਹ ਹੈ। ਹੁਣ ਇੱਥੇ ਆਪਾਂ ਆਪਣੇ ਮਾਈਂਡ ਦੀ ਐਬਿਲਿਟੀ ਦਾ ਪ੍ਰੀਖਣ ਕਰ ਰਹੇ ਤਾਂ ਮਾਈਂਡ ਦੀ ਗੱਲ ਆ ਰਹੀ ਹੈ। ਕਹਿੰਦੇ ਮੈਨੂੰ ਲੱਗਦਾ ਹੈ, ਇਟ ਸੀਮਸ ਟੂ ਮੀ। ਇਟ ਸੀਮਸ ਟੂ ਮੀ ਦਾ ਮਤਲਬ ਹੈ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਦਿਨ ਦਾ, ਕਿ ਅਸੀਂ ਆਪਣੇ ਮਾਈਂਡ ਦੀ ਐਬਿਲਿਟੀ ਨੂੰ ਕੀ ਕਰੀਏ, ਟੈਸਟ ਕਰੀਏ। ਹੁਣ ਅੱਗੇ ਦੇਖੋ, ਰਾਈਟਰ ਨੇ ਬੜੀਆਂ ਵਧੀਆ ਗੱਲਾਂ ਦੱਸੀਆਂ ਨੇ। ਯੂ ਲੁੱਕ ਆਫਟਰ ਯੂਅਰ ਬੋਡੀ ਇਨਸਾਈਡ ਐਂਡ ਆਊਟ। ਕਹਿੰਦੇ ਤੁਸੀਂ ਆਪਣੇ ਬੋਡੀ ਦਾ ਬੜਾ ਧਿਆਨ ਰੱਖਦੇ ਹੋ, ਅੰਦਰੋਂ ਵੀ ਤੇ ਬਾਹਰੋਂ ਵੀ। ਇਨਸਾਈਡ ਅੰਦਰੋਂ, ਆਊਟ ਬਾਹਰੋਂ। ਸਵੇਰੀ ਤਿਆਰ ਹੋ ਕੇ ਐਨ ਜੱਚ ਬੱਜ ਕੇ ਆਉਂਦੇ ਹੋ, ਵਧੀਆ ਕੱਪੜੇ ਪਾਉਂਦੇ ਹੋ। ਕਈ ਬੱਚੇ ਜਿਮਿੰਗ ਵੀ ਕਰਦੇ ਨੇ, ਧਿਆਨ ਰੱਖਦੇ ਨੇ ਆਪਣਾ ਅੱਜ ਕੱਲ੍ਹ ਤਾਂ ਬੋਡੀ ਦਾ। ਕੁੜੀਆਂ ਵੀ ਬੜੀਆਂ ਆਪਣਾ ਧਿਆਨ ਰੱਖਦੀਆਂ ਨੇ। ਯੂ ਰਨ ਗ੍ਰੇਵ ਡੇਂਜਰ ਇਨ ਹੈਕਿੰਗ ਹੈਜ਼ ਆਫ ਯੂਅਰ ਸਕਿਨ। ਇੱਥੇ ਇੱਕ ਹੋਰ ਫਰੇਜ਼ ਆਇਆ ਹੈ, ਰਨ ਡੇਂਜਰ। ਰਨ ਡੇਂਜਰ, ਰਨ ਡੇਂਜਰ ਆਮ ਤੌਰ ਤੇ ਘੱਟ ਯੂਜ਼ ਹੁੰਦਾ ਹੈ, ਰਨ ਰਿਸਕ ਜ਼ਿਆਦਾ ਯੂਜ਼ ਹੁੰਦਾ ਹੈ। ਰਨ ਰਿਸਕ, ਰਨ ਰਿਸਕ ਦਾ ਮਤਲਬ ਕੀ ਹੁੰਦਾ ਹੈ, ਖਤਰਾ ਮੋਲ ਲੈਣਾ। ਰਨ ਰਿਸਕ, ਅਤੇ ਰਿਸਕ ਦੀ ਥਾਂ ਤੇ ਕੀ ਪਾਤਾ ਉਹਨਾਂ ਨੇ, ਡੇਂਜਰ। ਇੱਕੋ ਗੱਲ ਹੈ, ਰਨ ਡੇਂਜਰ, ਖਤਰਾ ਮੋਲ ਲੈਣਾ। ਕਹਿੰਦੇ ਤੁਸੀਂ ਖਤਰਾ ਮੋਲ ਲੈਂਦੇ ਹੋ ਕਾਹਦੇ ਲਈ, ਇਨ ਹੈਕਿੰਗ ਹੈਜ਼ ਆਫ ਯੂਅਰ ਸਕਿਨ, ਕੋਈ ਭਾਰੀ ਖਤਰਾ ਮੋਲ ਲੈਣਾ। ਇਹ ਪੂਰੀ ਲਾਈਨ ਦਾ ਮਤਲਬ ਇਹ ਹੈ। ਕਿਵੇਂ, ਕਹਿੰਦੇ ਯੂ ਇੰਪਲਾਈ ਅ ਹੋਲ ਆਰਮੀ ਆਫ ਇੰਡੀਵਿਜੂਅਲਸ ਫਰੋਮ ਦਾ ਮਿਲਕਮੈਨ ਟੂ ਦਾ ਮੀਟ ਸੈਲਰ। ਕਹਿੰਦੇ ਤੁਸੀਂ ਪੂਰੀ ਫੌਜ ਲਾਉਂਦੇ ਹੋ, ਹੋਲ ਆਰਮੀ। ਆਰਮੀ ਦਾ ਮਤਲਬ ਕੀ ਹੁੰਦਾ, ਫੌਜ। ਕਹਿੰਦੇ ਤੁਸੀਂ ਪੂਰੀ ਫੌਜ ਲਾਉਂਦੇ ਹੋ ਇੰਡੀਵਿਜੂਅਲਸ ਦੀ। ਇੰਡੀਵਿਜੂਅਲਸ ਦਾ ਮਤਲਬ ਅਲੱਗ-ਅਲੱਗ ਬੰਦਿਆਂ ਦੀ, ਇੱਕ-ਇੱਕ ਕਰਕੇ ਬੰਦਿਆਂ ਦੀ ਫੌਜ ਲਾਉਂਦੇ ਹੋ ਆਪਣੇ ਲਈ। ਹੁਣ ਉਹ ਕਿਹੜੀ ਫੌਜ ਦੀ ਗੱਲ ਕਰ ਰਹੇ ਹੈ, ਤੁਸੀਂ ਆਪਣੇ ਘਰੇ ਮਿਲਕਮੈਨ ਲਾਉਂਦੇ ਹੋ। ਮਿਲਕਮੈਨ ਦਾ ਮਤਲਬ ਕੀ ਹੁੰਦਾ, ਦੋਜੀ। ਦੋਜੀ ਨੂੰ ਕਾਹਤੋਂ ਆਪਾਂ ਲਾਉਂਦੇ ਹਾਂ ਆਪਣੇ ਘਰੇ, ਦੁੱਧ ਲਈ। ਦੁੱਧ ਕੌਣ ਪੀਂਦਾ, ਆਪਾਂ ਹੀ ਪੀਂਦੇ ਹਾਂ। ਕਾਹਦੇ ਲਈ ਪੀਂਦੇ ਹਾਂ, ਬੋਡੀ ਲਈ ਪੀਂਦੇ ਹਾਂ। ਸਾਡੀ ਅੱਛੀ ਬੋਡੀ ਹੋਵੇ, ਤੰਦਰੁਸਤ ਰਹੀਏ, ਆਪਣੀ ਬੋਡੀ ਲਈ ਅਸੀਂ ਦੁੱਧ ਵਾਲਾ ਬੰਦਾ ਘਰੇ ਲਾ ਲਿਆ ਜਾਂ ਆਪ ਵੀ ਲਿਆਏ, ਇੱਕੋ ਗੱਲ ਹੈ। ਮੀਟ ਸੈਲਰ, ਜਿਹੜੇ ਬੋਡੀ ਬਿਲਡਰ ਹੁੰਦੇ ਨੇ ਉਹ ਮੀਟ ਸੈਲਰ ਵੀ, ਨੌਨ ਵੈਜ ਵੀ ਖਾ ਲਓ, ਬੋਡੀ ਵਧੀਆ ਬਣ ਗਈ। ਉਹੀ ਗੱਲ ਕਰ ਰਿਹਾ ਨਾ ਰਾਈਟਰ, ਕਹਿੰਦੇ ਤੁਸੀਂ ਆਪਣੇ ਲਈ ਆਪਣੇ ਸਰੀਰਕ ਬੋਡੀ ਦੀ
ਸਾਂਭ ਸੰਭਾਲ ਲਈ ਇੰਨਾ ਧਿਆਨ ਰੱਖਦੇ ਹੋ, ਦੁੱਧ ਪੀਂਦੇ ਹੋ, ਨੌਨ ਵੈਜ ਖਾਂਦੇ ਹੋ, ਉਹਦੇ ਲਈ ਟੂ ਇਨੇਬਲ ਯੂ ਟੂ ਬ੍ਰਾਈਬ ਯੂਅਰ ਸਟਮਕ ਇਨਟੂ ਡੀਸੈਂਟ ਬਿਹੇਵੀਅਰ। ਸਟਮਕ ਕਿਹਨੂੰ ਕਿਹਾ ਜਾਂਦਾ ਹੈ? ਢਿੱਡ, ਪੇਟ। ਆਪਣੇ ਪੇਟ ਦੀ ਵਧੀਆ ਪਾਲਣਾ ਪੋਸ਼ਣਾ ਕਰਦੇ ਹੋ ਤੁਸੀਂ। ਬ੍ਰਾਈਬ ਯੂਅਰ ਸਟਮਕ, ਬ੍ਰਾਈਬ ਦਾ ਮਤਲਬ ਵੈਸੇ ਕੀ ਹੁੰਦਾ ਹੈ? ਰਿਸ਼ਵਤ ਦੇਣਾ, ਪਰ ਇੱਥੇ ਰਿਸ਼ਵਤ ਦੇਣ ਦਾ ਮਤਲਬ ਨਹੀਂ ਆ ਰਿਹਾ, ਇੱਥੇ ਹੈ ਬ੍ਰਾਈਬ ਯੂਅਰ ਸਟਮਕ, ਕਿ ਤੁਸੀਂ ਆਪਣਾ ਬੜਾ ਵਧੀਆ ਲਾਲਣ ਪੋਸ਼ਣ ਕਰਦੇ ਹੋ ਆਪਣੀ ਬੋਡੀ ਦਾ, ਦੁੱਧ ਵੀ ਪੀਂਦੇ ਹੋ, ਨੌਨ ਵੈਜ ਵੀ ਖਾਂਦੇ ਹੋ, ਹੋਰ ਵੀ ਜਿਮਿੰਗ ਵੀ ਕਰਦੇ ਹੋ, ਬਹੁਤ ਕੁਝ ਕਰਦੇ ਹੋ, ਆਪਣੀ ਬੋਡੀ ਦਾ ਤਾਂ ਤੁਸੀਂ ਬਹੁਤ ਧਿਆਨ ਰੱਖਦੇ ਹੋ। ਅੱਗੇ ਕੁਐਸਚਨ ਕੀ ਹੈ? Why not devote a little attention to far more delicate machinery of the mind? ਕਹਿੰਦੇ ਕਿਉਂ ਨਾ ਆਪਾਂ ਥੋੜਾ ਜਿਹਾ ਧਿਆਨ ਆਪਣੇ ਮਨ ਦੀ ਮਸ਼ੀਨਰੀ ਵੱਲ ਵੀ ਲਾ ਲਈਏ। ਢਿੱਡ ਵੱਲ ਤਾਂ ਲਾ ਲਿਆ ਧਿਆਨ ਬਹੁਤ, ਢਿੱਡ ਭਰਨ ਨੂੰ ਤਾਂ 버ਗਰ ਪੀਜ਼ੇ ਆ ਰਹੇ ਨੇ, ਸਭ ਕੁਝ ਆ ਰਿਹਾ ਹੈ, ਨੂਡਲਸ ਆ ਰਹੇ ਨੇ, ਸਭ ਕੁਝ ਹੈ, ਪਕੌੜੇ। ਢਿੱਡ ਦਾ ਤਾਂ ਤੁਸੀਂ ਧਿਆਨ ਸਾਰਾ ਦਿਨ ਰੱਖਦੇ ਹੋ, ਮਨ ਦਾ ਧਿਆਨ ਕੌਣ ਰੱਖੂਗਾ? ਡੈਲੀਕੇਟ, ਡੈਲੀਕੇਟ ਦਾ ਮਤਲਬ ਕੀ ਹੁੰਦਾ? ਨਾਜ਼ੁਕ। ਡੈਲੀਕੇਟ ਦਾ ਮਤਲਬ ਕੀ ਹੈ? ਨਾਜ਼ੁਕ। ਕਿ ਤੁਹਾਡੇ ਮਨ ਦੀ ਨਾਜ਼ੁਕ ਮਸ਼ੀਨਰੀ ਦਾ ਧਿਆਨ ਕੌਣ ਰੱਖੂ? ਲਿਟਲ ਅਟੈਂਸ਼ਨ, ਜਰਾ ਵੀ ਧਿਆਨ ਨਹੀਂ ਆਪਾਂ ਆਪਣੇ ਮਨ ਦੇ ਬਾਰੇ ਦਿੰਦੇ, ਢਿੱਡ ਦੇ ਬਾਰੇ ਆਪਾਂ ਨੂੰ ਪੂਰਾ ਖਿਆਲ ਹੈ। ਸਪੈਸ਼ਲੀ ਐਜ਼ ਯੂ ਵਿਲ ਰਿਕੁਆਇਰ ਨੋ ਐਕਸਟ੍ਰੇਨੀਅਸ ਏਡ। ਹਾਲਾਂਕਿ ਇਸ ਦਾ ਧਿਆਨ ਰੱਖਣ ਦੇ ਲਈ ਤੁਹਾਨੂੰ ਕੋਈ ਬਾਹਰੀ ਮਦਦ ਦੀ ਜ਼ਰੂਰਤ ਨਹੀਂ ਹੈ। ਐਕਸਟ੍ਰੇਨੀਅਸ ਸ਼ਬਦ ਤੁਹਾਡੀ ਗਲੋਸਰੀ ਚ ਵੀ ਆਇਆ ਹੈ। ਇੰਟਰਨਲ ਔਰ ਆਊਟਸਾਈਡ, ਨਾਟ ਇਸੈਂਸ਼ੀਅਲ। ਬਾਹਰੀ, ਢਿੱਡ ਦਾ ਧਿਆਨ ਰੱਖਣ ਲਈ ਤਾਂ ਸਾਨੂੰ ਬਾਹਰੀ ਚੀਜ਼ਾਂ ਦੀ ਲੋੜ ਹੈ। ਮਨ ਨੂੰ ਆਪਾਂ ਨੇ ਸਹੀ ਰੱਖਣਾ ਹੈ, ਉਹਦੇ ਲਈ ਵੀ ਸਾਨੂੰ ਕੋਈ ਚੀਜ਼ ਬਾਹਰੋਂ ਲੋੜ ਹੈ ਮਨ ਨੂੰ ਸਹੀ ਰੱਖਣ ਦੇ ਲਈ। ਕੀ ਸਮਝਾਉਣਾ ਚਾਹ ਰਿਹਾ ਮੈਂ? ਕਿ ਅਸੀਂ ਲੋਕ ਆਪਣੇ ਢਿੱਡ ਦਾ ਖਿਆਲ ਬਹੁਤ ਕਰਦੇ ਹਾਂ, ਆਪਣੇ ਮਨ ਦੇ ਪ੍ਰਤੀ, ਆਪਣੇ ਬੋਡੀ ਦਾ ਜਿਹੜਾ ਸਾਡਾ ਸਭ ਤੋਂ ਇਸੈਂਸ਼ੀਅਲ ਪਾਰਟ ਹੈ, ਡੈਲੀਕੇਟ ਮਸ਼ੀਨਰੀ ਕਿਹਾ ਗਿਆ ਨਾ। ਡੈਲੀਕੇਟ ਮਸ਼ੀਨਰੀ ਦਾ ਮਤਲਬ ਕੀ ਹੈ? ਨਾਜ਼ੁਕ ਮਸ਼ੀਨਰੀ। ਸਾਡਾ ਮਨ ਬਹੁਤ ਹੀ ਨਾਜ਼ੁਕ ਹੈ, ਉਹਦੇ ਬਾਰੇ ਸਾਡਾ ਕੋਈ ਧਿਆਨ ਨਹੀਂ। ਕਹਿੰਦੇ ਫॉर this portion of the art and craft of living you may reserve the time from the moment of quitting your door to the moment of arriving at your college। ਐਕਚੁਅਲੀ ਜਿਹੜੀ ਇਹ ਲਾਈਨ ਹੈ ਨਾ, ਇਹ ਟੀਚਰਾਂ ਲਈ ਹੈ ਲਾਈਨ, ਕਿਉਂਕਿ ਹੋ ਸਕਦਾ ਹੈ ਕਿ ਜਿਹੜੇ ਰਾਈਟਰ ਹਨ ਸਾਡੇ ਆਰਨੋਲਡ ਬੈਨੇਟ, ਉਹ ਆਪ ਟੀਚਰ ਹੋਣ ਤੇ ਆਪਣੇ ਉਹ ਸਾਥੀ ਟੀਚਰਾਂ ਨੂੰ ਇਹ ਕਹਿ ਰਹੇ ਨੇ, ਕਹਿੰਦੇ ਇਸ ਦੇ ਲਈ ਕਿ ਆਪਾਂ ਆਪਣੇ ਮਨ ਦਾ ਧਿਆਨ ਰੱਖੀਏ। ਕਹਿੰਦੇ ਤੁਹਾਨੂੰ ਟਾਈਮ ਕੱਢਣਾ ਚਾਹੀਦਾ ਹੈ। ਯੂ ਮੇ ਰਿਜ਼ਰਵ ਦਾ ਟਾਈਮ। ਰਿਜ਼ਰਵ ਦਾ ਮਤਲਬ ਹੁੰਦਾ ਹੈ ਕੋਈ ਸਮਾਂ ਕੱਢਣਾ ਆਪਣੇ ਲਈ, ਕਿ ਤੁਸੀਂ ਆਪਣਾ ਸਮਾਂ ਕੱਢੋ। ਕਦੋਂ? ਉਸੇ ਸਮੇਂ ਜਦੋਂ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਛੱਡਦੇ ਹੋ। ਕੁਇਟ ਦਾ ਮਤਲਬ ਛੱਡਣਾ, ਬਾਹਰ ਜਾਣਾ। ਡੋਰ ਦਾ ਮਤਲਬ ਇੱਥੇ ਘਰ ਦੇ ਦਰਵਾਜ਼ੇ ਨੂੰ ਕਿਹਾ ਗਿਆ, ਕਿ ਜਦੋਂ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਛੱਡਦੇ ਹੋ ਤੇ ਜਦੋਂ ਫਿਰ ਉਸ ਤੋਂ ਬਾਅਦ ਤੁਸੀਂ ਕਾਲਜ ਜਾਂਦੇ ਹੋ ਪੜ੍ਹਾਉਣ ਦੇ ਲਈ। ਉਹ ਟੀਚਰਾਂ ਨੂੰ ਕਹਿ ਰਹੇ ਹੈ ਐਕਚੁਅਲੀ, ਜਦੋਂ ਤੁਸੀਂ ਕਾਲਜ ਜਾਂਦੇ ਹੋ ਉਸ ਸਮੇਂ ਦੇ ਦੌਰਾਨ ਤੁਹਾਨੂੰ ਆਪਣੇ ਮਨ ਦੇ ਬਾਰੇ ਧਿਆਨ ਕਰਨਾ ਚਾਹੀਦਾ ਹੈ, ਇੰਨਾ ਜ਼ਰੂਰੀ ਹੈ। ਹੁਣ ਅੱਗੇ ਕੁਐਸਚਨ ਪੁੱਛਦਾ ਰਾਈਟਰ, ਵਾਟ ਹੀ, ਆਪ ਹੀ ਕਹਿ ਕੇ ਆਪ ਹੀ ਕੁਐਸਚਨ ਪੁੱਛ ਰਿਹਾ ਰਾਈਟਰ। ਆਈ ਐਮ ਟੂ ਕਲਟੀਵੇਟ ਮਾਈਂਡ ਇਨ ਦਾ ਸਟਰੀਟ। ਹੁਣ ਦੇਖੋ, ਜਦੋਂ ਤੁਸੀਂ ਘਰੋਂ ਜਾਓਗੇ ਆਪਣੇ ਕਾਲਜ ਦੇ ਲਈ, ਸਪੋਜ਼ ਕਰੋ ਆਪਾਂ, ਚਲੋ ਗੱਲ ਟੀਚਰਸ ਦੀ ਨਹੀਂ ਕਰਦੇ, ਆਪਾਂ ਤੁਹਾਡੀ ਗੱਲ ਕਰਦੇ। ਮੰਨ ਲਓ ਰਾਈਟਰ ਤੁਹਾਨੂੰ ਕਹਿ ਰਿਹਾ ਕਿ ਜਦੋਂ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਛੱਡਿਆ ਤੇ ਤੁਸੀਂ ਸਕੂਲ 'ਚ ਪਹੁੰਚੇ, ਅਰਾਈਵ ਐਟ ਯੂਅਰ ਸਕੂਲ, ਇਨ ਬਿਟਵੀਨ ਜਿਹੜਾ ਸਮਾਂ ਹੈ, ਉਸ ਸਮੇਂ ਦੇ ਵਿਚਕਾਰ, ਘਰ ਛੱਡਣ ਤੋਂ ਬਾਅਦ ਤੇ ਸਕੂਲ ਆਉਣ ਤੋਂ ਪਹਿਲਾਂ ਜਿਹੜਾ ਉਹ ਸਮਾਂ, ਉਸ ਸਮੇਂ ਦੇ ਵਿੱਚ ਆਪਣੇ ਮਨ ਦੇ ਬਾਰੇ ਧਿਆਨ ਕਰੋ। ਹੁਣ ਤੁਸੀਂ ਕਹੋਗੇ ਵਾਟ, ਕਿਉਂ, ਕੀ? ਕਿ ਮੈਂ ਆਪਣੇ, ਇੱਥੇ ਦੇਖੋ ਕਲਟੀਵੇਟ ਸ਼ਬਦ ਆਇਆ ਹੈ, ਤੁਹਾਡੀ ਗਲੋਸਰੀ ਸ਼ਾਮਲ ਹੈ। ਕਲਟੀਵੇਟ ਦਾ ਮਤਲਬ ਹੈ ਜੀ ਇੰਪਰੂਵ, ਡਿਵੈਲਪ, ਸੁਧਾਰ ਕਰਨਾ, ਵਿਕਾਸ ਕਰਨਾ। ਹੁਣ ਤੁਹਾਡੇ ਮਨ 'ਚ ਇੱਕ ਕੁਐਸਚਨ ਪੈਦਾ ਹੋਊਗਾ ਵੀ ਯਾਰ ਘਰ ਛੱਡਿਆ, ਸਕੂਲ ਪਹੁੰਚੇ, ਉਸ ਦੌਰਾਨ ਤਾਂ ਮੈਂ ਇਨ ਦਾ ਸਟਰੀਟ, ਮੁਹੱਲੇ 'ਚ ਵੀ ਜਾਨੀ ਹੈ। ਔਨ ਦਾ ਪਲੇਟਫਾਰਮ ਦਾ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਰਾਈਟਰ ਟ੍ਰੇਨ ਫੜਦਾ ਹੋਵੇ, ਉਸ ਪਲੇਟਫਾਰਮ ਦੀ ਗੱਲ ਕਰ ਰਿਹਾ ਉਹ। ਇਨ ਦਾ ਟ੍ਰੇਨ ਦੇ ਵਿੱਚ ਵੀ ਮੈਨੂੰ ਜਾਣਾ ਪੈਂਦਾ ਹੈ, ਟ੍ਰੇਨ ਦੇ ਵਿੱਚ। ਐਂਡ ਇਨ ਦਾ ਕਰਾਊਡਡ ਸਟਰੀਟ, ਅਤੇ ਤੁਹਾਡੇ ਗਲੀ ਮੁਹੱਲੇ 'ਚ ਜਿਹੜੇ ਭੀੜ ਭੜੱਕਾ ਹੈ ਉਹਦੇ ਵਿੱਚੋਂ ਵੀ ਮੈਂ ਗੁਜ਼ਰ ਰਹੀ ਹਾਂ ਜਾਂ ਰਹੀ ਹੈ। ਤਾਂ ਕੀ ਮੈਨੂੰ ਉਸ ਦੌਰਾਨ ਆਪਣੇ ਮਨ ਦੇ ਬਾਰੇ ਸੋਚਣਾ ਚਾਹੀਦਾ ਵੀ ਮਤਲਬ ਮੈਂ ਹੁਣ ਘਰ ਤੋਂ ਚੱਲੀ, ਮੈਂ ਕੁੜੀ ਦੀ ਗੱਲ ਕਰ ਰਿਹਾ, ਮੁੰਡਾ ਵੀ ਹੋ ਸਕਦਾ ਕਿ ਮੈਂ ਘਰ ਤੋਂ ਚੱਲਿਆ, ਸਕੂਲ ਪਹੁੰਚਿਆ, ਇਨ ਬਿਟਵੀਨ ਮੈਂ ਆਪਣੇ ਮੁਹੱਲੇ 'ਚੋਂ ਲੰਘ ਰਹੇ ਹਾਂ, ਮੈਨੂੰ ਤਰ੍ਹਾਂ ਦੇ ਲੋਕ ਮਿਲ ਰਹੇ ਨੇ, ਮੈਂ ਸਾਈਕਲ 'ਤੇ ਵੀ ਹੈ ਜਾਂ ਮੈਂ ਬਾਈਕ 'ਤੇ ਵੀ ਜਾਣਾ ਹੈ, ਤਾਂ ਮੈਂ ਆਪਣੇ ਮਨ ਬਾਰੇ ਕਿਵੇਂ ਸੋਚ ਸਕਦਾ
ਕਿਵੇਂ ਕਲਟੀਵੇਟ ਕਰ ਸਕਦਾ ਹੈ, ਕਿਵੇਂ ਆਪਣੇ ਮਨ 'ਚ ਸੁਧਾਰ ਕਰ ਸਕਦਾ ਹੈ, ਇਹ ਹੁਣ ਕੁਐਸਚਨ ਰਾਈਟਰ ਪੁੱਛ ਰਿਹਾ ਹੈ। ਪ੍ਰੀਸਾਈਜ਼ਲੀ ਨਥਿੰਗ ਸਿਮਿਲਰ। ਉਹ ਕਹਿੰਦੇ ਵੀ ਰਾਈਟਰ ਇਹ ਕਹਿੰਦਾ ਵੀ ਇਹ ਜਿਹੜੇ ਅਲੱਗ-ਅਲੱਗ ਕੰਡੀਸ਼ਨਾਂ ਨੇ ਕਿ ਜਦੋਂ ਤੁਸੀਂ ਆਪਣੇ ਗਲੀ ਮੁਹੱਲੇ 'ਚੋਂ ਜਾ ਰਹੇ ਹੋ ਜਾਂ ਆਪਣੇ ਘਰ ਤੋਂ ਬਾਹਰ ਜਾ ਕੇ ਸਕੂਲ ਪਹੁੰਚ ਰਹੇ ਹੋ, ਇਹ ਹੋ ਸਕਦਾ ਹੈ ਕਿ ਆਪਣੇ ਮਨ ਦਾ ਸੁਧਾਰ ਕੀਤਾ ਜਾ ਸਕਦਾ ਹੈ। ਨੋ ਟੂਲਸ ਰਿਕੁਆਇਰਡ, ਕਿਸੇ ਤਰ੍ਹਾਂ ਦੀ ਸਾਨੂੰ ਟੂਲ ਦੀ ਜ਼ਰੂਰਤ ਨਹੀਂ ਹੈ ਮਨ ਦਾ ਸੁਧਾਰ ਕਰਨ ਲਈ, ਮਨ ਨੂੰ ਕਲਟੀਵੇਟ ਕਰਨ ਲਈ। ਕਲਟੀਵੇਟ ਦਾ ਮਤਲਬ ਸਮਝ ਆ ਗਿਆ ਨਾ ਤੁਹਾਨੂੰ, ਮਨ ਨੂੰ ਡਿਵੈਲਪ ਕਰਨਾ, ਇੰਪਰੂਵ ਕਰਨਾ। ਕਹਿੰਦੇ ਸਾਨੂੰ ਕਿਸੇ ਵੀ ਟੂਲ ਦੀ ਜ਼ਰੂਰਤ ਨਹੀਂ ਹੈ। ਟੂਲ ਕੀ ਹੁੰਦਾ? ਸੰਦ, ਔਜ਼ਾਰ, ਕੋਈ ਵੀ, ਕਿਸੇ ਟੂਲ ਦੀ ਜ਼ਰੂਰਤ ਨਹੀਂ ਹੈ। ਢਿੱਡ ਭਰਨ ਲਈ ਤਾਂ ਜ਼ਰੂਰਤ ਹੈ ਬਾਹਰਲੀ ਚੀਜ਼ਾਂ ਦੀ, ਕਿਹਾ ਨਾ ਉਹਨੇ। ਢਿੱਡ ਨੂੰ ਭਰਨ ਦੇ ਲਈ ਤਾਂ ਬਾਹਰਲੀਆਂ ਚੀਜ਼ਾਂ ਦੀ ਜ਼ਰੂਰਤ ਹੈ, ਉਹ ਤਾਂ ਬਾਹਰੋਂ ਜਾਊ ਕੋਈ ਚੀਜ਼ ਅੰਦਰ ਤਾਂ ਢਿੱਡ ਭਰੂ। ਮਨ ਨੂੰ ਸੁਧਾਰ ਕਰਨ ਲਈ, ਮਨ ਦੀ ਸ਼ਾਂਤੀ ਲਈ ਜਾਂ ਮਨ ਨੂੰ ਵਧੀਆ ਬਣਾਉਣ ਦੇ ਲਈ ਸਾਨੂੰ ਕਿਸੇ ਵੀ ਬਾਹਰਲੀ ਚੀਜ਼ ਦੀ ਜ਼ਰੂਰਤ ਨਹੀਂ ਹੈ। ਨੋ ਟੂਲਸ ਰਿਕੁਆਇਰਡ, ਨੋਟ ਈਵਨ ਅ ਬੁੱਕ। ਹੁਣ ਕਈ ਕਹਿੰਦੇ ਨੇ ਜੀ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਆਹ ਬਾਬੇ ਦੀ ਬੁੱਕ ਪੜ੍ਹੋ। ਰਾਈਟਰ ਕੀ ਕਹਿ ਰਿਹਾ? ਕਿਤੇ ਜਾਣ ਦੀ ਲੋੜ ਨਹੀਂ, ਕਿਸੇ ਬੁੱਕ ਦੀ ਜ਼ਰੂਰਤ ਨਹੀਂ, ਤੁਸੀਂ ਆਪਣੇ ਮਨ ਦਾ ਸੁਧਾਰ ਖੁਦ ਕਰ ਸਕਦੇ। ਨੋਟ ਈਵਨ ਅ ਬੁੱਕ। ਨੈਵਰਦੀਲੈਸ ਦਾ ਅਫੇਅਰ ਇਜ਼ ਨੋਟ ਈਜ਼ੀ। ਨੈਵਰਦੀਲੈਸ ਤੁਹਾਡੀ ਫਿਰ ਗਲੋਸਰੀ 'ਚ ਆਇਆ। ਨੈਵਰਦੀਲੈਸ ਦਾ ਮਤਲਬ ਹੈ ਜੀ ਇਨ ਸਪਾਈਟ ਆਫ। ਇਨ ਸਪਾਈਟ ਆਫ ਦਾ ਮਤਲਬ ਕੀ ਹੁੰਦਾ? ਦੇ ਬਜਾਏ। ਆਪਾਂ ਕਹਿੰਦੇ ਨਹੀਂ ਇਸ ਦੇ ਬਜਾਏ। ਨੈਵਰਦੀਲੈਸ ਕਹਿੰਦੇ ਦਾ ਅਫੇਅਰ ਇਜ਼ ਨੋਟ ਈਜ਼ੀ। ਕਹਿੰਦੇ ਆਪਾਂ ਸਾਰੀਆਂ ਗੱਲਾਂ ਇਹ ਕਰ ਲਈਆਂ, ਇਹਦੇ ਬਜਾਏ ਜਿਹੜੀ ਗੱਲ ਕਰਨ ਵਾਲੀ ਉਹ ਇਹ ਹੈ ਕਿ ਮਨ ਨੂੰ ਸਮਝਾਉਣਾ ਸੌਖਾ ਨਹੀਂ ਹੈ। ਇਜ਼ ਨੋਟ ਈਜ਼ੀ। ਅਫੇਅਰ ਇੱਥੇ ਕਿਹਨੂੰ ਕਿਹਾ ਗਿਆ? ਮਾਮਲੇ ਨੂੰ, ਗੱਲ ਨੂੰ ਕਿਹਾ ਗਿਆ। ਗੱਲ ਕਿਹੜੀ ਚੱਲ ਰਹੀ ਹੈ? ਮਨ ਨੂੰ ਕੰਟਰੋਲ ਕਰਨ ਦੀ, ਮਨ ਨੂੰ ਸੁਧਾਰ ਕਰਨ ਦੀ, ਮਨ 'ਚ ਚੰਗੀਆਂ ਗੱਲਾਂ ਲਿਆਉਣ ਦੀ। ਵੈਨ ਕੈਨ ਬੀ ਕਲਟੀਵੇਟ ਆਵਰ ਮਾਈਂਡ। ਵੈਨ ਸ਼ਬਦ ਲੱਗਿਆ ਹੋਇਆ ਜੀ। ਵੈਨ ਦਾ ਮਤਲਬ ਕੀ ਹੁੰਦਾ? ਕਦੋਂ? ਪਹਿਲੇ ਵਰਡ ਵੱਲ ਧਿਆਨ ਦਿਆ ਕਰੋ। ਪਹਿਲੇ ਵਰਡ ਤੋਂ ਸਾਨੂੰ ਅੱਧਾ ਕੁਐਸਚਨ ਕਲੀਅਰ ਹੋ ਜਾਂਦਾ। ਇੱਥੇ ਸਮਾਂ ਪੁੱਛਿਆ ਗਿਆ ਕਿ ਅਸੀਂ ਆਪਣੇ ਮਨ ਨੂੰ ਕਿਸ ਸਮੇਂ ਕੰਟਰੋਲ ਕਰ ਸਕਦੇ ਹਾਂ। ਕਿਹੜਾ ਸਮਾਂ ਦੱਸਿਆ ਉਹਨੇ? ਜਦੋਂ ਅਸੀਂ ਆਪਣੇ ਘਰ ਨੂੰ ਛੱਡਦੇ ਹਾਂ। ਵੈਨ ਵੀ ਕੁਇਟ ਆਵਰ ਹੋਮ ਐਂਡ ਵੀ ਅਰਾਈਵ ਐਟ ਆਵਰ ਸਕੂਲ ਜਾਂ ਕਾਲਜ। ਉਹ ਵਾਲੀ ਲਾਈਨ ਇਹਦਾ ਆਨਸਰ ਹੈ। ਹੁਣ ਇਹਨੇ ਰਾਈਟਰ ਨੇ ਬੇਟਾ ਇਹ ਤਾਂ ਦੱਸਤਾ ਕਿ ਤੁਸੀਂ ਕਿਸ ਸਮੇਂ ਆਪਣੇ ਮਨ 'ਚ ਚੰਗੀਆਂ ਗੱਲਾਂ ਲੈ ਕੇ ਆਓ, ਮਨ ਨੂੰ ਕੰਟਰੋਲ ਕਦੋਂ ਕਰ ਸਕਦੇ ਹੋ। ਤੇ ਉਹਨੇ ਇਹ ਵੀ ਗੱਲ ਦੱਸਤੀ ਕਿ ਚਾਹੇ ਤੁਸੀਂ ਆਪਣੇ ਫਰੈਂਡ ਨਾਲ ਜਾ ਰਹੇ ਹੋ, ਇਕੱਲੇ ਜਾ ਰਹੇ ਹੋ, ਗਲੀ ਮੁਹੱਲੇ 'ਚੋਂ ਜਾ ਰਹੇ ਹੋ, ਸਾਈਕਲ ਤੇ ਆ ਰਹੇ ਹੋ, ਜਿਵੇਂ ਮਰਜ਼ੀ ਟ੍ਰੇਨ ਤੇ ਆ ਰਹੇ ਹੋ, ਤੁਸੀਂ ਕਿਸੇ ਵੀ ਸਮੇਂ ਆਪਣੇ ਮਨ ਤੇ ਕਾਬੂ ਪਾ ਸਕਦੇ ਹੋ, ਮਨ ਨੂੰ ਕਲਟੀਵੇਟ ਕਰ ਸਕਦੇ ਹੋ। ਉਹਨਾਂ ਨੇ ਦੱਸਿਆ ਕਿਵੇਂ ਅਗਲੇ ਪੈਰੇ 'ਚ। ਕਹਿੰਦੇ ਵੈਨ ਯੂ ਲੀਵ ਯੂਰ ਹਾਊਸ concentrate your mind on a subject no matter what to begin with। ਕਹਿੰਦੇ ਜਦੋਂ ਤੁਸੀਂ ਆਪਣਾ ਘਰ ਛੱਡਦੇ ਹੋ ਤਾਂ ਆਪਣੇ ਮਨ ਦਾ ਧਿਆਨ ਕੇਂਦਰਿਤ ਕਰੋ ਕਿਸੇ ਵੀ ਸਬਜੈਕਟ ਤੇ। ਕਨਸੈਂਟਰੇਟ ਦਾ ਮਤਲਬ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਕੇਂਦਰਿਤ ਕਰਨਾ, ਇਕਾਗਰਚਿਤ ਹੋਣਾ। ਕਿ ਆਪਣੇ ਮਾਈਂਡ ਨੂੰ ਕੇਂਦਰਿਤ ਕਰੋ ਕਿਸੇ ਵੀ ਸਬਜੈਕਟ ਤੇ। ਬ੍ਰੈਕਟ 'ਚ ਪਾਇਆ no matter what, ਕੋਈ ਵੀ ਸਬਜੈਕਟ ਹੋ ਸਕਦਾ ਹੈ। no matter ਦਾ ਮਤਲਬ ਕੋਈ ਵੀ ਸਬਜੈਕਟ ਆਪਣੇ ਮਨ 'ਚ ਲਿਆਓ। ਆਪਾਂ ਨੇ ਤਾਂ ਸਟਾਰਟ ਕਰਨਾ ਹੈ ਟੂ ਬਿਗਿਨ ਵਿਦ, ਆਪਾਂ ਨੇ ਤਾਂ ਸਟਾਰਟ ਕਰਨੀ ਹੈ। ਹੁਣ ਮੰਨ ਲਓ ਆਪਾਂ ਨੇ ਕੋਈ ਆਪਣੇ ਮਨ 'ਚ ਸਬਜੈਕਟ ਲਿਆ ਵੀ ਅੱਜ ਮੈਂ ਸੋਚਦਾ ਹਾਂ, ਮੰਨ ਲਓ ਮੈਂ ਆਪਣੀ ਉਹ ਗੱਲ ਕਰਾਂ, ਤੁਹਾਡੀ ਥਾਂ ਤੇ ਮੈਂ ਹੋਵਾਂ, ਸਕੂਲ ਜਾ ਰਿਹਾ ਹੋਵਾਂ ਤੇ ਮੈਂ ਘਰ ਛੱਡਤਾ ਤੇ ਮੈਂ ਆਪਣੇ ਮਨ 'ਚ ਇਹ ਗੱਲ ਲੈ ਕੇ ਆਉਣਾ, ਦੀਪਕ ਸਰ ਨੇ ਕੱਲ ਇੰਗਲਿਸ਼ ਦਾ ਆਹ ਗ੍ਰਾਮਰ ਦਾ ਪੋਰਸ਼ਨ ਕਰਾਇਆ ਸੀ, ਮੈਂ ਜਰਾ ਯਾਦ ਕਰਾਂ ਵੀ ਦੀਪਕ ਸਰ ਨੇ ਕੀ ਕਰਾਇਆ। ਸਬਜੈਕਟ ਸੋਚ ਲਿਆ, ਹੁਣ ਤੁਸੀਂ ਸੋਚਦੇ ਜਾ ਰਹੇ ਹੋ ਦੀਪਕ ਸਰ ਨੇ ਐਂ ਕਿਹਾ ਸੀਗਾ, ਐਂ ਕਿਹਾ ਸੀ, ਐਂ ਕਿਹਾ ਸੀ, ਐਂ ਕਿਹਾ ਸੀ, ਚਲੋ ਸੋਚਦੇ ਜਾ ਰਹੇ ਹੋ। ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਆ ਰਿਹਾ ਤੁਹਾਡੇ ਕੰਨੀ, ਕੌਣ ਜਾ ਰਿਹਾ, ਕਿਹਨੇ ਤੁਹਾਨੂੰ ਦੇਖਿਆ, ਕਿਹਨੇ ਤੁਹਾਨੂੰ ਹੈਲੋ ਕਰਤੀ, ਕਿਹਨੇ ਤੁਹਾਨੂੰ ਨਮਸਤੇ ਕਰਤੀ, ਕਈ ਵਾਰ ਧਿਆਨ ਨਹੀਂ ਹੁੰਦਾ ਇਹ ਚੀਜ਼ ਦਾ। ਉਹੀ ਗੱਲ ਕਹਿ ਰਿਹਾ, ਤੁਸੀਂ ਕੋਈ ਵੀ ਸਬਜੈਕਟ ਸੋਚ ਸਕਦੇ ਹੋ। ਫੇਰ ਕੀ ਹੁੰਦਾ? ਕਹਿੰਦਾ ਯੂ ਵਿਲ ਨੋਟ ਹੈਵ ਗੋਨ 10 yards ਬਿਫੋਰ ਯੂਰ ਮਾਈਂਡ ਹੈਜ਼ ਸਕਿਪਡ ਅਵੇ ਅੰਡਰ ਯੂਰ ਵੈਰੀ ਆਈਜ਼ ਐਂਡ ਇਜ਼ ਲਾਰਕਿੰਗ ਅਰਾਊਂਡ ਦਾ ਕਾਰਨਰ ਵਿਦ ਐਨ ਅਨਦਰ ਸਬਜੈਕਟ। ਕਹਿੰਦੇ ਹਜੇ ਤੁਸੀਂ 10 ਗਜ਼ ਨਹੀਂ ਗਏ ਹੁੰਦੇ। 10 yards, 10 yards ਦਾ ਮਤਲਬ ਕੀ ਹੈ? 10 ਗਜ਼। ਹਜੇ ਤੁਸੀਂ ਆਪਣੇ ਘਰ ਤੋਂ 10 ਗਜ਼ ਅੱਗੇ ਨਹੀਂ ਗਏ ਹੁੰਦੇ, ਤੁਹਾਡਾ ਮਾਈਂਡ ਸਕਿਪ ਅਵੇ ਅੰਡਰ ਯੂਰ ਵੈਰੀ ਆਈਜ਼, ਤੁਹਾਡੀਆਂ ਅੱਖਾਂ ਦੇ ਨੀਚੋਂ ਹੀ ਸਕਿਪ ਅਵੇ ਕਰ ਜਾਂਦਾ ਹੈ, ਤੁਹਾਡਾ ਮਾਈਂਡ ਉਰਾਂ ਪਰਾਂ ਹੋ ਜਾਂਦਾ। ਸਕਿਪ ਅਵੇ ਸਮਝ ਗਏ? ਅੱਖ ਵਜਾ ਕੇ ਭੱਜਣਾ। ਇਹੀ ਗੱਲ ਉਹ ਮਨ ਦੀ ਗੱਲ ਕਰ ਰਿਹਾ ਹੈ ਕਿ ਹਜੇ ਤੁਸੀਂ 10 ਗਜ਼ ਹੀ ਤੁਸੀਂ ਸੋਚਿਆ ਹੋਊਗਾ ਵੀ ਆਹ ਦੀਪਕ ਸਰ ਦੀ ਗੱਲ ਯਾਦ ਕਰਦੇ, ਦੀਪਕ ਸਰ ਨੇ ਕੱਲ ਇਹ ਕਰਾਇਆ ਗ੍ਰਾਮਰ 'ਚ, ਆਹ ਕਰਾਇਆ, ਹਜੇ ਤੁਸੀਂ 10 ਗਜ਼ ਤੁਰੇ ਹੁੰਦੇ ਹੋ, ਫੇਰ ਮਨ ਤੁਹਾਡਾ ਦੂਜੇ ਪਾਸੇ ਨੂੰ ਹੋ ਜਾਂਦਾ ਹੈ, ਉਹ ਫਲਾਣਾ ਮੈਨੂੰ ਬੁਲਾ ਰਿਹਾ ਹੈ, ਹੈਲੋ ਹਾਈ ਕਰ ਰਿਹਾ ਹੈ, ਦੀਪਕ ਸਰ ਸਕਿਪ ਅਵੇ।
ਲਾਰਕਿੰਗ ਅਰਾਊਂਡ ਦਾ ਕਾਰਨਰ, ਲਾਰਕਿੰਗ ਅਰਾਊਂਡ ਤੁਹਾਡੇ ਗਲੋਸਰੀ ਚ ਵੀ ਹੈ ਜੀ। ਲਾਰਕਿੰਗ ਅਰਾਊਂਡ ਪਲੇਇੰਗ ਪ੍ਰੈਂਕਸ, ਇੰਡਲਜਿੰਗ ਇਨ ਫਨ ਐਂਡ ਫਰੋਲਿੰਗ। ਫਨ ਐਂਡ ਫਰੋਲਿੰਗ ਮਜ਼ਾਕ ਕਰਨਾ ਜੀ, ਪਲੇਇੰਗ ਪ੍ਰੈਂਕਸ ਪ੍ਰੈਂਕ ਕਰਨਾ, ਕਿਸੇ ਨੂੰ ਮਜ਼ਾਕ ਕਰਨਾ, ਅਪ੍ਰੈਲ ਫੂਲ ਉਹ ਪ੍ਰੈਂਕਸ ਹੀ ਹੁੰਦੀਆਂ ਨੇ। ਤਾਂ ਲਾਰਕਿੰਗ ਅਰਾਊਂਡ ਦਾ ਮਤਲਬ ਹੁੰਦਾ ਮਜ਼ਾਕ ਕਰਨਾ। ਤਾਂ ਹੁੰਦਾ ਕੀ ਹੈ ਜੀ ਕਿ ਤੁਹਾਡਾ ਮਨ ਜਿਹੜਾ ਹੁੰਦਾ ਹੈ ਕਿਸੇ ਹੋਰ ਸਬਜੈਕਟ ਨਾਲ ਮਜ਼ਾਕ ਕਰਨ ਲੱਗ ਜਾਂਦਾ। ਦੀਪਕ ਸਰ ਵਾਲਾ ਸਬਜੈਕਟ ਤਾਂ ਗਿਆ, ਹੋਰ ਸਬਜੈਕਟ ਸ਼ੁਰੂ ਹੋ ਗਿਆ। ਫਿਰ ਉਹ ਸਬਜੈਕਟ ਕੀ ਹੁੰਦਾ, ਤੁਹਾਨੂੰ ਕਿਸੇ ਫਰੈਂਡ ਨੇ ਬੁਲਾ ਲਿਆ, ਹਾਂ ਬਈ ਕਿਵੇਂ ਹੈ, ਬਹੁਤ ਵਧੀਆ, ਤੂੰ ਸੁਣਾ, ਚੱਲ ਹੋਰ ਸਬਜੈਕਟ ਚੱਲ ਪਿਆ। ਪੜ੍ਹਨ ਬੈਠਦੇ ਹਾਂ ਆਪਾਂ, 2 ਮਿੰਟ ਦਾ ਪੜ੍ਹਦੇ ਹਾਂ ਵੀ ਅੱਜ ਸਰ ਨੇ ਕਰਾਇਆ ਸੀ ਆ ਕਰਨਾ, ਮੈਂ ਅੱਜ ਮੈਂ ਖਤਮ ਕਰ ਦੇਣਾ। ਬੜਾ ਮਨ ਧਾਰ ਕੇ ਬੈਠਦੇ ਹੋ ਤੁਸੀਂ, ਅਜੇ ਉਹ 10 ਮਿੰਟ ਹੋਏ ਹੁੰਦੇ ਨੇ, ਐਨੇ ਨੂੰ ਫਿਰ ਫੋਨ ਦਿਖ ਜਾਂਦਾ, ਮੋਬਾਈਲ ਉਹ ਸਾਹਮਣੇ ਹੀ ਪਿਆ ਹੁੰਦਾ। ਉਹ ਫਿਰ ਮਨ ਕੀ ਕਰ ਰਿਹਾ ਤੁਹਾਡੇ ਨਾਲ, ਲਾਰਕਿੰਗ ਅਰਾਊਂਡ, ਤੁਹਾਡੇ ਨਾਲ ਮਜ਼ਾਕ ਕਰ ਰਿਹਾ। ਤੁਸੀਂ ਉਹੀ ਹੋ, ਮਨ ਵੀ ਉਹੀ ਹੈ। ਪਰ ਦੇਖੋ 10 ਮਿੰਟ ਪਹਿਲਾਂ ਤੁਸੀਂ ਐਨ ਕਰੜਾ ਕਰਕੇ ਬੈਠੇ ਸੀਗੇ, 10 ਮਿੰਟ ਪੜ੍ਹੇ ਵੀ ਹੋ, 10 ਮਿੰਟ ਬਾਅਦ ਮਨ ਕਹਿੰਦਾ ਚੱਲ ਛੱਡ, ਕੁਛ ਨਹੀਂ, ਕਿਹੜਾ ਫਰਕ, ਕਿਹੜਾ ਦੀਪਕ ਸਰ ਦੇਖ ਰਹੇ ਨੇ। ਹੁਣ ਫਿਰ ਰਾਈਟਰ ਕੀ ਕਹਿੰਦਾ, ਕਹਿੰਦਾ ਜਦੋਂ ਇਹੋ ਜਿਹਾ ਕੰਮ ਹੋ ਜੇ, ਤੁਹਾਡਾ ਮਨ ਉਡਾਰੀਆਂ ਮਾਰੇ, ਚੰਚਲ ਹੋ ਜਾਵੇ, ਦੂਜੇ ਪਾਸੇ ਜਾਵੇ, ਪਹਿਲਾ ਸਬਜੈਕਟ ਜੋ ਤੁਸੀਂ ਸ਼ੁਰੂ ਕੀਤਾ ਸੀ ਉਹ ਸਬਜੈਕਟ ਸਕਿਪ ਅਵੇ ਹੋ ਜੇ, ਮਨ ਤੁਹਾਡਾ ਲਾਰਕਿੰਗ ਅਰਾਊਂਡ ਵਿਦ ਅਨਦਰ ਸਬਜੈਕਟ ਕਰਨ ਲੱਗ ਜੇ, ਫਿਰ ਕੀ ਕਰੋ। ਕਹਿੰਦਾ ਬ੍ਰਿੰਗ ਇਟ ਬੈਕ ਬਾय ਦ ਸਕਰਫ ਆਫ ਦ ਨੈਕ। ਹੁਣ ਇੱਥੇ ਇੱਕ ਹੋਰ ਫਰੇਜ਼ ਆਇਆ, ਸਕਰਫ ਆਫ ਦ ਨੈਕ, ਬਾय ਦ ਸਕਰਫ ਆਫ ਦ ਨੈਕ ਟੂ ਕੈਚ ਫਰੋਮ ਦ ਬੈਕ ਆਫ ਦ ਨੈਕ। ਇਹ ਗੱਲ ਤੋਂ ਫੜ ਕੇ ਉਹਨੂੰ ਲੈ ਕੇ ਆਣਾ ਵਾਪਸ, ਵੀ ਨੈਕ ਤੋਂ ਫੜ ਕੇ ਜਦ ਆਪਾਂ ਵਾਪਸ ਲੈ ਕੇ ਆਨੇ ਆ ਉਹਨੂੰ ਆਪਾਂ ਬਾय ਦ ਸਕਰਫ ਆਫ ਦ ਨੈਕ ਕਹਿੰਦੇ ਆ। ਇੱਥੇ ਰਾਈਟਰ ਕੀ ਕਹਿ ਰਿਹਾ, ਕਹਿੰਦਾ ਕਿਹਨੂੰ ਫੜ ਕੇ ਲਿਆਓ ਗਰਦਨ ਤੋਂ ਵਾਪਸ, ਚੰਚਲ ਕੌਣ ਹੋ ਰਿਹਾ ਹੈ, ਭੱਜ ਕੌਣ ਰਿਹਾ ਹੈ, ਮਾਈਂਡ। ਮਾਈਂਡ ਨੂੰ ਗੱਲ ਤੋਂ ਫੜ ਕੇ ਵਾਪਸ ਲੈ ਕੇ ਆਓ ਸਬਜੈਕਟ ਤੇ, ਦੀਪਕ ਸਰ ਵੱਲ ਵਾਪਸ ਲੈ ਕੇ ਆ, ਵੀ ਕਿੱਥੇ ਫਿਰੀ ਜਾਂਦਾ, ਠੀਕ ਹੈ ਨਾ, ਐਵੇਂ ਫੜ ਕੇ ਲੈ ਕੇ ਆਓ ਉਹਨੂੰ ਵਾਪਸ। ਬ੍ਰਿੰਗ ਇਟ ਬੈਕ, ਬਿਫੋਰ ਯੂ ਹੈਵ ਰੀਚ ਦ ਸਟੇਸ਼ਨ ਯੂ ਵਿਲ ਹੈਵ ਬ੍ਰੌਟ ਇਟ ਬੈਕ ਅਬਾਊਟ 40 ਟਾਈਮਸ। ਕਹਿੰਦੇ ਜਦ ਤੱਕ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚੋਗੇ, ਹੋ ਸਕਦਾ ਹੈ ਕਿ 40 ਵਾਰੀ ਗੱਲ ਤੋਂ ਫੜ ਕੇ ਮਨ ਨੂੰ ਵਾਪਸ ਲਿਆਣਾ ਪਵੇ। 40 ਟਾਈਮਸ, 40 ਟਾਈਮਸ ਦਾ ਮਤਲਬ ਕੀ ਹੈ, 40 ਵਾਰੀ। ਫਿਰ ਫੜ ਕੇ ਲਿਆਏ, ਨਹੀਂ ਯਾਦ ਕਰ ਦੀਪਕ ਸਰ ਵਾਲੀ ਗੱਲ, ਫਿਰ ਯਾਦ ਕਰਨ ਲੱਗ ਗਏ, ਫਿਰ 2 ਮਿੰਟ ਬਾਅਦ ਫਿਰ ਧਿਆਨ ਹੋਰ ਪਾਸੇ ਹੋ ਗਿਆ। ਕਿੰਨੀ ਵਾਰੀ ਕਰਨਾ ਪਊ ਆਪਾਂ ਨੂੰ, 40 ਵਾਰੀ। ਇਹ ਕੁਐਸਚਨ ਤੁਹਾਡਾ ਛੋਟੇ ਕੁਐਸਚਨਾਂ ਦਾ ਸਾ ਕਿ ਕਿੰਨੀ ਵਾਰੀ ਰਾਈਟਰ ਨੇ ਕਿਹਾ ਕਿ ਹਾਊ ਮੈਨੀ ਟਾਈਮਸ ਯੂ ਵਿਲ ਹੈਵ ਬ੍ਰੌਟ ਯੂਅਰ ਮਾਈਂਡ ਬੈਕ, 10 ਟਾਈਮਸ, 20 ਟਾਈਮਸ, 30 ਟਾਈਮਸ, 40 ਟਾਈਮਸ। ਆਂਸਰ ਕੀ ਹੋਊਗਾ, ਕਹਿੰਦੇ ਡੂ ਨੋਟ ਡੈਸਪੇਅਰ, ਕਹਿੰਦੇ ਆਪਣੀ ਆਸ ਨਾ ਛੱਡੋ। ਡੈਸਪੇਅਰ ਦਾ ਮਤਲਬ ਹੁੰਦਾ ਬੇਟਾ ਆਸ, ਆਸ ਨਾ ਹੋਣਾ। ਜਦ ਆਪਾਂ ਆਪਣੀ ਆਸ ਖੋ ਜਾਂਦੇ ਉਹਨੂੰ ਆਪਾਂ ਡੈਸਪੇਅਰ ਕਹਿੰਦੇ ਆ। ਮੈਨੂੰ ਲੱਗਦਾ ਤੁਹਾਡੀ ਗਲੋਸਰੀ ਚ ਵੀ ਹੈ। ਡੈਸਪੇਅਰ ਦਾ ਮਤਲਬ ਹੈ ਟੂ ਲੂਜ਼ ਹੋਪ, ਟੂ ਫੀਲ ਡਿਸਅਪॉइंटेड। ਡੂ ਨੋਟ ਡਿਸਪੇਅਰ ਦਾ ਮਤਲਬ ਕਿ ਆਸ ਨਾ ਛੱਡੋ। 40 ਵਾਰੀ ਤੁਹਾਨੂੰ ਆਪਣੇ ਮਨ ਨੂੰ ਗੱਲ ਤੋਂ ਫੜ ਕੇ ਵਾਪਸ ਲੈ ਕੇ ਆਣਾ ਪੈਂਦਾ ਤਾਂ ਲਿਆਓ, ਕੋਈ ਗੱਲ ਨਹੀਂ, ਬਾਰ-ਬਾਰ ਲੈ ਕੇ ਆਓ। ਕੰਟੀਨਿਊ, ਅਜਿਹਾ ਕਰਨਾ ਜਾਰੀ ਰੱਖੋ। ਕੀਪ ਇਟ ਅਪ, ਕੀਪ ਇਟ ਅਪ ਕਹਿ ਨਹੀਂ ਦਿੰਦਾ, ਮੈਂ ਵੀ ਕਹਿ ਦਿੰਦਾ ਹੁੰਦਾ, ਕਮੈਂਟ ਚ ਬਹੁਤ ਵਾਰੀ ਕਹਿੰਦਾ ਹੁੰਦਾ ਕੀਪ ਇਟ ਅਪ। ਕੀਪ ਇਟ ਅਪ ਦਾ ਮਤਲਬ ਕਿ ਕੋਸ਼ਿਸ਼ ਕਰਨੀ ਜਾਰੀ ਰੱਖੋ। ਯੂ ਵਿਲ ਸਕਸੀਡ, ਯੂ ਵਿਲ ਸਕਸੀਡ ਦਾ ਮਤਲਬ ਤੁਸੀਂ ਸਫਲ ਹੋਵੋਗੇ। ਮੇਰੇ ਹਿਸਾਬ ਨਾਲ ਬੇਟਾ ਆਪਾਂ ਹਾਫ ਆਫ ਦਾ ਚੈਪਟਰ ਆਪਣਾ ਕੰਪਲੀਟ ਕਰ ਲਿਆ। ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਇਸ ਚੈਪਟਰ ਦੀ ਹੁਣ ਤੱਕ ਦੀ ਫੁੱਲ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸਮਝ ਆ ਗਈ ਹੋਵੇਗੀ। ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਕੁਐਸਚਨ ਕਰ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਕਲਾਸ +1 ਇੰਗਲਿਸ਼ ਇਲੈਕਟਿਵ ਦੇ ਨਾਲ ਰਿਲੇਟਿਡ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਕੰਟੀਨਿਊ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।